देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट अरजीत भास्कर जी और इंद्रप्रीत जी, दोनों जी आया। बहुत बहुत शुक्रिया रंधावा जी। साਰਿਆਂ ਨੂੰ सत श्री अकाल जी। इंद्रप्रीत जी की अपनी खबर है जी, इन्हों की अखबार पंजाबी और दैनिक जागरण दे विच प्रमुखता नाल छपी है। वो ये है कि अज अकाली दल की कोर कमेटी की मीटिंग होने जा रही है और कल जिला प्रधानों की मीटिंग होने जा रही है। श्रोमणी अकाली दल ते भारतीय जनता पार्टी दे विच गठजोड़ दीआं कंसोवां ने और ਉਹਦੇ ਵਿੱਚ सीटां की वंड ਨੂੰ ਲੈ ਕੇ ਇਹ ਅੰਕੜਾ ਦੇ ਰਿਹਾ 71-46 ਦਾ, मतलब बीजेपी ਦੀਆਂ ਡਬਲ ਹੋਣ ਜਾ ਰਹੀਆਂ ਨੇ। ਔਰ ਇਹਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਸੁਖਬੀਰ ਬਾਦਲ ਕੇ ਹਰਸਿਮਰਤ ਬਾਦਲ ਇਹ ਮਸਲੇ ਵਿਚਾਰੇ ਜਾਣੇ ਆ। ਇਹ ਸਵਾਲ ਨੂੰ ਅੱਗੇ ਵਧਾਉਂਦੇ ਆ, ਲੇਕਿਨ ਇਹ ਵੀ ਸਵਾਲ ਕਿ ਸੁਨੀਲ ਜਾਖੜ ਦੇ ਬਣਨ ਤੋਂ ਬਾਅਦ ਕੀ ਅਕਾਲੀ ਦਲ ਬੀਜੇਪੀ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਵਧੀਆਂ ਕਿ ਘਟੀਆਂ, ਨੈਗੋਸੀਏਸ਼ਨ ਦੇ ਪੱਧਰ ਦਾ ਕੀ ਫਰਕ ਪਏਗਾ। ਔਰ ਵੱਡੀ ਗੱਲ ਕਿ ਅਕਾਲੀ ਦਲ ਜਿਨ੍ਹਾਂ ਮੁੱਦਿਆਂ ਤੇ ਬੀਜੇਪੀ ਨਾਲੋਂ ਪਿੱਛੇ ਹਟਿਆ ਸੀ, ਕਿਸਾਨੀ ਤੇ ਪੰਥਕ ਮੁੱਦੇ, ਇਹਨਾਂ ਮੁੱਦਿਆਂ ਦੇ ਉੱਤੇ ਕੀ ਕੋਈ ਬਦਲ ਆਏਗਾ, ਕੋਈ ਬਦਲਾਅ ਆਏ ਬਿਨਾਂ ਅਕਾਲੀ ਦਲ ਗੱਠਜੋੜ ਲਈ ਅੱਗੇ ਵੱਧਦਾ ਤੇ ਸੀਟਾਂ ਘਟਾ ਕੇ ਵੱਧਦਾ ਤੇ ਉਹਨੂੰ ਫਾਇਦਾ ਕੀ ਹੋਣ ਵਾਲਾ, ਇਹ ਤੇ ਮੰਥਨ ਹੋ ਰਿਹਾ। ਇਹ ਕਾਫੀ ਅਹਿਮ ਖਬਰ ਹੈ ਔਰ ਇਹਦੇ ਵਿੱਚ ਕਈ ਗੱਲਾਂ ਐਸੀਆਂ ਹੋ ਸਕਦੀਆਂ ਜਿਹੜੀਆਂ ਸ਼ਾਇਦ ਧਰਾਤਲ ਦੇ ਉੱਤੇ ਜਾ ਕੇ ਬਦਲ ਜਾਣ, ਪਰ ਅਸੀਂ ਇੱਥੇ ਚਰਚਾ ਕਰਦੇ ਹਾਂ ਕਿ ਸੁਨੀਲ ਜਾਖੜ ਨੂੰ ਕਮਾਂਡ ਦੇਣ ਤੋਂ ਬਾਅਦ ਬੀਜੇਪੀ ਇਕੱਲਿਆਂ ਲੜਨਾ ਮੁਨਾਸਬ ਸਮਝੂਗੀ ਜਾਂ ਉਹ ਆਪਣੇ ਪੁਰਾਣੇ ਭਾਈਵਾਲ ਦੇ ਨਾਲ ਪਿੱਛੇ ਲੱਗ ਕੇ ਚੱਲਣਾ ਚਾਹੂਗੀ। ਇਹ ਸਵਾਲ ਨੂੰ ਐਡਰੈਸ ਕਰਦੇ ਹਾਂ। ਦੂਜਾ ਮਾਮਲਾ, ਸਾਂਝੇ ਸਿਵਲ ਕੋਡ ਦੇ ਉੱਤੇ ਕੱਲ ਭਗਵੰਤ ਮਾਨ ਵੱਖਰਾ ਸਟੈਂਡ ਲੈਂਦੇ ਆ ਪਾਰਟੀ ਨਾਲੋਂ ਔਰ ਬੜਾ ਸਾਫ਼ ਸਟੈਂਡ ਸੀਗਾ, ਉਹਦੇ 'ਚ ਕੋਈ ਲੁਕਾ ਛਪਾ ਨਹੀਂ ਸੀ। ਔਰ ਉਸ ਤੋਂ ਬਾਅਦ ਇਹ ਮੰਨਿਆ ਜਾਣ ਲੱਗ ਗਿਆ ਸੀ, ਬਹੁਤ ਸਾਰੇ ਵਿਦਵਾਨ ਲੋਕ ਸਮਝਣ ਲੱਗ ਗਏ ਸੀ ਕਿ ਇਹ ਨੂਰਾਂ ਕੁਸ਼ਤੀ ਹੈ, ਇਹ ਕੇਜਰੀਵਾਲ ਦੀ ਸਹਿਮਤੀ ਨਾਲ ਭਗਵੰਤ ਮਾਨ ਇਹ ਗੱਲ ਕਰ ਰਹੇ ਆ। ਪਰ ਅੱਜ ਦੀਆਂ ਅਖਬਾਰਾਂ ਚੱਕ ਕੇ ਦੇਖ ਲਓ, ਮੀਡੀਆ ਦੇਖ ਲਓ, ਜਿਹਨੂੰ ਮੈਨੇਜ ਕਰਨਾ ਸੱਤਾਧਾਰੀਆਂ ਲਈ ਬੜਾ ਆਸਾਨ ਹੁੰਦਾ ਹੈ, ਕਿ ਇਹ ਖਬਰ ਦਬਾਤੀ ਗਈ ਕਿ ਸੱਚਮੁੱਚ ਭਗਵੰਤ ਮਾਨ ਨੇ ਆਪਣੀ ਪਾਰਟੀ ਤੋਂ ਵੱਖਰੀ ਲਾਈਨ ਲਈ ਹੈ। ਇਹਦੇ ਬਹੁਤ ਸਾਰੇ ਪੱਖ ਸਾਹਮਣੇ ਆ ਰਹੇ ਆ। ਸਭ ਤੋਂ ਪਹਿਲਾਂ ਮੈਂ ਭਾਸਕਰ ਸਾਹਿਬ ਤੁਹਾਡੇ ਵੱਲ ਜਾਊਂਗਾ, ਕਿਉਂਕਿ ਇੰਦਰਪ੍ਰੀਤ ਜੀ ਦੀ ਉਹ ਖਬਰ ਹੈ ਔਰ ਉਹਦੇ ਵਿੱਚ ਇਹ ਸਾਫ਼ ਕਹਿ ਰਿਹਾ ਕਿ ਅਕਾਲੀ ਦਲ ਹੁਣ ਉਸ ਸਥਿਤੀ 'ਚ ਹੈ ਜਿੱਥੇ ਉਹਨੂੰ ਫੈਸਲਾ ਕਰਨਾ ਹੈ ਕਿ ਉਹਨੇ ਬੀਜੇਪੀ ਨਾਲ ਜਾਣਾ ਹੈ ਤੇ ਕਿੰਨਾ ਸ਼ਰਤਾਂ ਤੇ ਜਾਣਾ ਹੈ। ਤੇ ਦੂਜੇ ਬੰਨੇ ਇਹ ਵੀ ਸਵਾਲ ਬਹੁਤ ਅਹਿਮ ਆ ਕਿ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਨੂੰ ਗੱਠਜੋੜ ਤੋਂ ਬਾਅਦ ਫਾਇਦਾ ਹੋਣ ਵਾਲਾ ਕਿ ਨੁਕਸਾਨ। ਸੀਟਾਂ ਘਟਾ ਕੇ ਜੇ ਅਕਾਲੀ ਦਲ ਜਾਂਦਾ ਹੈ ਤੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਮੂੰਹ ਦਿਖਾਏਗਾ ਔਰ ਉਹ ਕਿਹੜੀ ਪ੍ਰਾਪਤੀ ਤੋਂ ਬਾਅਦ ਗੱਠਜੋੜ ਦੁਬਾਰਾ ਕਰ ਰਿਹਾ, ਕਿਉਂਕਿ ਉਹ ਬਹੁਤ ਸਾਰੇ ਦੋਸ਼ ਲਾ ਕੇ ਬੀਜੇਪੀ ਤੇ ਕਿ ਇਹ ਸਿੱਖਾਂ ਦਾ, ਕਿਸਾਨਾਂ ਦਾ ਖਿਆਲ ਨਹੀਂ ਰੱਖ ਰਹੀ ਔਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਇਸ ਤਰ੍ਹਾਂ ਪਿਛਾਂ ਖੜੇ ਸੀ ਔਰ ਆਪਾ ਵਿਰੋਧ ਵੀ ਰਿਹਾ। ਔਰ ਹੁਣ ਸਾਂਝੇ ਸਿਵਲ ਕੋਡ ਦੇ ਉੱਤੇ ਵੀ ਅਕਾਲੀ ਦਲ ਲਗਭਗ ਬੀਜੇਪੀ ਦੇ ਵਿਰੋਧੀ ਸਟੈਂਡ ਤੇ ਖੜਾ ਹੈ। ਸੋ ਇਹਨਾਂ ਇੰਦਰਪ੍ਰੀਤ ਜੀ ਦੀ ਇਸ ਸਟੋਰੀ ਨੂੰ ਕਿਵੇਂ ਲਈਏ, ਔਰ ਦੂਜੀ ਗੱਲ ਕਿ ਅੱਜ ਦੀਆਂ ਜਿਹੜੀਆਂ ਮੀਟਿੰਗਾਂ ਨੇ ਇਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਦੀ ਪੋਸਿਬਿਲਿਟੀ ਹੈ। ਤੁਹਾਡੀ ਕੁਝ ਅਕਾਲੀ ਲੀਡਰਾਂ ਨਾਲ ਗੱਲ ਵੀ ਹੋਈ। ਜਿੱਥੇ ਤੱਕ ਅਕਾਲੀ ਔਰ ਭਾਜਪਾ ਦਾ ਗੱਠਜੋੜ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਗੱਲਾਂ ਸਿਖਰ ਤੇ ਚੱਲ ਰਹੀਆਂ ਔਰ ਇਹ ਗੱਠਜੋੜ ਇਸ ਹਫਤੇ ਦੇ ਵਿੱਚ ਕਦੀ ਵੀ ਹੋ ਸਕਦਾ ਔਰ ਇਹਦਾ ਐਲਾਨ ਵੀ ਹੋ ਸਕਦਾ ਹੈ। ਹੁਣ ਐਲਾਨ ਤੋਂ ਪਹਿਲੇ ਜਿਹੜੀ ਅਕਾਲੀ ਦਲ ਦੇ ਵਿੱਚ ਜਾਂ ਅਕਾਲੀ ਦਲ ਦੇ ਵਰਕਰ ਦੇ ਵਿੱਚ, ਲੀਡਰ ਦੇ ਵਿੱਚ ਜਿਹੜੀ ਗੱਲਾਂ ਚੱਲ ਰਹੀਆਂ ਕਿ ਅਗਰ ਇਹ ਅਲਾਈਅੰਸ ਹੁੰਦਾ ਹੈ ਤੇ ਅਕਾਲੀ ਦਲ ਨੂੰ ਕਿੰਨਾ ਕੁ ਫਾਇਦਾ ਹੋਏਗਾ, ਖਾਸ ਕਰਕੇ ਤਦ ਜਦ ਬੀਜੇਪੀ ਨੇ ਇੱਕ ਸ਼ਰਤ ਰੱਖੀ ਹੈ ਕਥਿਤ ਤੌਰ ਤੇ, ਕਿਉਂਕਿ ਇਹ ਸੂਤਰਾਂ ਨੇ ਸਾਨੂੰ ਗੱਲ ਦੱਸੀ ਹੈ। ਸੁਖਬੀਰ ਸਿੰਘ ਬਾਦਲ ਉਹਨਾਂ ਚਾਹੁੰਦੇ ਨੇ ਕਿ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਬਤੌਰ ਮੰਤਰੀ, ਕੇਂਦਰੀ ਮੰਤਰੀ ਇੰਸਟਾਲ ਕੀਤਾ ਜਾਏ, ਜਦ ਕਿ ਬੀਜੇਪੀ ਨੇ ਇਹ ਸ਼ਰਤ ਰੱਖੀ ਹੈ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਖੁਦ ਬਣੋ ਮੰਤਰੀ ਔਰ ਹਰਸਿਮਰਤ ਕੌਰ ਬਾਦਲ ਦੀ ਰੀ ਐਂਟਰੀ ਦੀ ਬਜਾਏ ਐਤਕੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਐਂਟਰੀ ਹੋ ਜਾਂਦੀ ਹੈ। ਸੁਖਬੀਰ ਉਹਨਾਂ ਵਾਸਤੇ ਇੱਕ ਵੱਡਾ ਸਵਾਲ ਇਹ ਵੀ ਹੈ, ਜੇ ਉਹ ਕੇਂਦਰੀ ਮੰਤਰੀ ਬਣ ਜਾਂਦੇ ਨੇ ਉਹ ਵੀ 6 ਮਹੀਨੇ ਵਾਸਤੇ, ਤੇ ਇੱਥੇ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੂੰ ਚੇਂਜ ਕਰਨਾ ਪਏਗਾ। ਇਸ ਮੁੱਦੇ ਦੇ ਉੱਤੇ ਵੀ ਅਕਾਲੀ ਦਲ ਦੇ ਕਾਫੀ ਸਾਰੇ ਲੀਡਰ ਜ਼ੋਰ ਦੇ ਰਹੇ ਨੇ ਕਿ ਉਹ ਪ੍ਰੈਜ਼ੀਡੀਅਮ ਯਾਨੀ ਜਿਹਦੇ ਵਿੱਚ ਝੋਂਦਾ ਕਮੇਟੀ ਦੇ ਵਿੱਚ ਜਿਹੜੀ ਗੱਲਾਂ ਹੋਈ ਸੀ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਹੁਣ ਇੱਕ ਟਾਈਮ ਆ ਗਿਆ। ਲੇਕਿਨ ਸੁਖਬੀਰ ਸਿੰਘ ਬਾਦਲ ਇਹ ਵੀ ਨਹੀਂ ਚਾਹੁੰਦੇ ਕਿ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਛੱਡ ਕੇ, ਕਿਉਂਕਿ ਕਈ ਵਾਰ ਤੁਸੀਂ ਕੁਰਸੀ ਤੋਂ ਉੱਠਦੇ ਹੋ
ਤੇ ਉਹਦੇ ਵਿੱਚ ਕੋਈ ਹੋਰ ਜ਼ਬਰਦਸਤੀ ਨਾ ਬੈਠ ਜਾਏ। ਇਹ ਇੱਕ ਚਿੰਤਾ ਦਾ ਵਿਸ਼ਾ ਹੈ ਸੁਖਬੀਰ ਸਿੰਘ ਬਾਦਲ ਵਾਸਤੇ। ਨਹੀਂ, ਪਰ ਅੱਜ ਭਾਸਕਰ ਸਾਹਿਬ, ਤੁਸੀਂ ਆਪਣੀ ਗੱਲ ਨੂੰ ਜਾਰੀ ਰੱਖਿਓ ਕਿ ਕੀ ਜੇਕਰ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਚੋਂ ਕੋਈ ਮੰਤਰੀ ਅਹੁਦਾ ਪ੍ਰਵਾਨ ਕਰ ਲੈਂਦਾ ਤੇ ਇਹ ਨਹੀਂ ਮੈਸੇਜ ਆਏਗਾ? ਪੰਜਾਬ ਦੇ ਲੋਕ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਬੜੀ ਛੇਤੀ ਉਛਾਲਦੇ ਨੇ ਕਿ ਸੀਟਾਂ ਘਟਾਉਣ ਦੀ ਕੀਮਤ ਤੇ ਮਿਨਿਸਟਰੀ ਲੈ ਲਈ, ਜਿੱਦਾਂ ਪਹਿਲਾਂ ਕਿਹਾ ਜਾਂਦਾ ਰਿਹਾ ਕਿ ਪਰਿਵਾਰ ਦੀ ਮਿਨਿਸਟਰੀ ਲਈ ਇਹ ਕਰਤਾ ਗਿਆ। ਤੇ ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਜੇਕਰ ਆਪ ਮਿਨਿਸਟਰ ਨਹੀਂ ਬਣਦੇ, ਇਹ ਮੈਸੇਜ ਦੇਣਾ ਚਾਹੁੰਦੇ ਆ, ਤਾਂ ਕੀ 6 ਮਹੀਨਿਆਂ ਲਈ ਬਿਨਾਂ ਕਿਸੇ ਚੋਣ ਲੜੀ ਦੇ ਗੁਜਰਾਲ ਸਾਹਿਬ, ਨਰੇਸ਼ ਗੁਜਰਾਲ, ਭੂੰਦੜ ਸਾਹਿਬ, ਪ੍ਰੇਮ ਸਿੰਘ ਚੰਦੂਮਾਜਰਾ, ਜਿਨ੍ਹਾਂ ਨੂੰ ਚੰਦੂਮਾਜਰਾ ਸਾਹਿਬ ਨੂੰ ਤਾਂ ਬੀਜੇਪੀ ਵੀ ਚਾਹੁੰਦੀ ਹੁੰਦੀ ਵੀ ਇਹਨਾਂ ਨੂੰ ਲਈਏ, ਪਰ ਸੁਖਬੀਰ ਬਾਦਲ ਕਿਉਂ ਚਾਹੁਣਗੇ? ਵੈਸੇ ਇਹ ਵੀ ਤਰਾਸਦੀ ਹੈ। ਇਸ ਵੇਲੇ ਜੇ ਇੱਕ ਵੀ ਮੈਂਬਰ ਪਾਰਲੀਮੈਂਟ ਹੋਰ ਹੁੰਦਾ ਤੇ ਉਹਦੀ ਲੋਟਰੀ ਲੱਗ ਜਾਣੀ ਸੀ। ਖੈਰ, ਹੁਣ ਗੱਲ ਜਾਰੀ ਰੱਖੋ ਜੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅਕਾਲੀ ਦਲ ਦੇ ਲੀਡਰਸ਼ਿਪ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਅਗਰ ਇਹ ਅਲਾਈਅੰਸ ਹੁੰਦਾ ਹੈ, ਹੁਣ ਤੁਸੀਂ ਇਹ ਗੱਲ ਕਹੀ ਕਿ ਸੀਟਾਂ ਘਟਾ ਕੇ ਜੇ ਅਕਾਲੀ ਦਲ ਅਲਾਈਅੰਸ ਕਰਦਾ ਹੈ, ਕਿਉਂਕਿ ਅਕਾਲੀ ਦਲ ਹਮੇਸ਼ਾ ਬੀਜੇਪੀ ਤੋਂ ਸੀਨੀਅਰ ਪਾਰਟਨਰ ਵਜੋਂ ਪੰਜਾਬ ਦੇ ਵਿੱਚ ਵਿਚਰਦਾ ਰਿਹਾ ਔਰ ਇਹਦਾ ਦੋਨੋਂ ਪਾਰਟੀਆਂ ਨੂੰ ਫਾਇਦਾ ਵੀ ਹੋਇਆ। ਜੇ ਹੁਣ ਅਲਾਈਅੰਸ ਬਿਨਾਂ ਕਿਸੇ ਸ਼ਰਤ ਤੋਂ ਹੁੰਦਾ ਹੈ, ਉਹ ਵੀ ਸ਼ਰਤ ਹੁਣ ਬੀਜੇਪੀ ਦੀ ਹੁੰਦੀ ਹੈ ਵੀ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਅਗਰ ਮੰਤਰੀ ਮੰਡਲ ਲਈ ਸ਼ਾਮਿਲ ਹੋਣਾ ਤੇ ਓਕੇ, ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਅਸੀਂ ਮੰਤਰੀ ਨਹੀਂ ਬਣਾ ਦੇ, ਜਿਹੜੀ ਗੱਲਾਂ ਨਿਕਲ ਕੇ ਆ ਰਹੀ ਹੈ। ਹੁਣ ਇਸ ਮੁੱਦੇ ਦੇ ਉੱਤੇ ਅਕਾਲੀ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਗੱਲ ਚੱਲ ਰਹੀ ਹੈ ਕਿ ਜੇ ਕੋਈ ਸਿੱਖੀ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ ਜੇ ਭਾਜਪਾ ਦੇ ਨਾਲ ਤੁਸੀਂ ਗੱਲਬਾਤ ਨਹੀਂ ਕਰਦੇ, ਕੋਈ ਫੈਸਲਾ ਨਹੀਂ ਕਰਵਾਉਂਦੇ, ਤਦ ਜਾਂ ਉਸ ਤੋਂ ਬਗੈਰ ਜੇ ਅਸੀਂ ਅਕਾਲੀ ਦਲ ਬੀਜੇਪੀ ਦੇ ਨਾਲ ਅਲਾਈਅੰਸ ਕਰਦਾ ਹੈ ਤੇ ਅਕਾਲੀ ਦਲ ਨੂੰ ਫਾਇਦਾ ਤੇ ਦੂਰ ਦੀ ਗੱਲ ਹੈਗੀ ਹੈ। ਅਕਾਲੀ ਦਲ ਨੂੰ ਲੋਕਾਂ ਨੂੰ ਫੇਸ ਕਰਨਾ ਵੀ ਮੁਸ਼ਕਿਲ ਹੋ ਜਾਏਗਾ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਸੀਂ ਪਿਛਲੇ 1-2 ਸਾਲ ਦੇ ਵਿੱਚ ਬੀਜੇਪੀ ਦਾ ਵਿਰੋਧ ਕਰਦੇ ਸੀ, ਉਹਨਾਂ ਮੁੱਦਿਆਂ ਦੇ ਉੱਤੇ ਹੀ ਹੁਣ ਅਸੀਂ ਕਿੱਦਾਂ ਅੱਗੇ ਵਧ ਸਕਦੇ ਹਾਂ। ਔਰ ਖਾਸ ਕਰਕੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਆਪਾਂ ਸੰਗਰੂਰ ਦੇ ਇਲੈਕਸ਼ਨ ਲੜੇ। ਸੰਗਰੂਰ ਦੇ ਇਲੈਕਸ਼ਨ ਲੜਨ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਉੱਤੇ ਸਭ ਤੋਂ ਵੱਡਾ ਆਰੋਪ ਲੱਗਦਾ ਸੀਗਾ ਕਿ ਤੁਹਾਡੀ ਭਾਈਵਾਲ ਸਰਕਾਰ ਹੁੰਦੀ ਸੀ ਬੀਜੇਪੀ ਦੇ ਨਾਲ, ਤੁਸੀਂ ਕੀ ਕੀਤਾ ਉਹਨਾਂ ਦਿਨਾਂ ਦੇ ਵਿੱਚ। ਅੱਜ ਵੀ ਜਦ ਬੀਜੇਪੀ ਦੇ ਨਾਲ ਅਲਾਈਅੰਸ ਹੋਣ ਜਾ ਰਿਹਾ ਹੈ, ਇਸ ਮੁੱਦੇ ਦੇ ਉੱਤੇ ਕੋਈ ਗੱਲਬਾਤ ਕੀਤੀ? ਹੁਣ ਅਕਾਲੀ ਦਲ ਇੰਨਾ ਕੁ ਇੰਟਰਸਟਿਡ ਹੈਗਾ ਇਲੈਕਸ਼ਨ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਣਾ ਇਸ ਅਲਾਈਅੰਸ ਵਾਸਤੇ, ਕਿਉਂਕਿ ਇਸ ਅਲਾਈਅੰਸ ਦੇ ਵਿੱਚ ਉਹ ਆਪਣਾ ਰਿਵਾਈਵਲ ਲੱਭ ਰਹੇ ਨੇ। ਪਰ ਉਹ ਰਿਵਾਈਵਲ ਹੋ ਪਾਏਗਾ? ਉਹ ਵੀ ਮੁੱਦਿਆਂ ਦੇ ਉੱਤੇ ਕੰਪਰੋਮਾਈਜ਼ ਕਰਕੇ ਰਿਵਾਈਵਲ ਹੋ ਪਾਏਗਾ? ਇਹ ਇੱਕ ਵੱਡਾ ਸਵਾਲ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਫੇਸ ਕਰਨਾ ਪੈ ਰਿਹਾ ਹੈ। ਜਿਹੜੀ ਬਗਾਵਤ ਅਕਾਲੀ ਦਲ ਦੇ ਵਿੱਚ ਕੁਝ ਟਾਈਮ ਪਹਿਲੇ ਹੋਈ ਸੀ, ਉਹ ਹੁਣ ਫਿਰ ਦੁਬਾਰਾ ਹੋ ਸਕਦੀ ਹੈ ਔਰ ਸਵਾਲ ਪੁੱਛੇ ਜਾਣਗੇ ਸੁਖਬੀਰ ਸਿੰਘ ਬਾਦਲ ਨੂੰ। ਪਤਾ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਆਪਣਾ ਫੈਸਲਾ ਸੁਣਾਉਂਦੇ ਨੇ ਜਾਂ ਉਸ ਫੈਸਲੇ ਦੇ ਵਿੱਚ ਕੋਈ ਰਾਏ ਲੈਂਦੇ ਨੇ। ਹਾਲਾਂਕਿ ਰਾਏ ਲੈਣ ਦੀ ਗੱਲ ਨਹੀਂ ਹੋਣੀ, ਕਿਉਂਕਿ ਇਹ ਗੱਲਾਂ ਪਹਿਲੇ ਹੀ ਤੈਅ ਹੋ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਲੈਵਲ ਤੇ। ਖਾਸ ਕਰਕੇ ਅਮਿਤ ਸ਼ਾਹ ਉਹਨਾਂ ਦੇ ਨਾਲ ਇੱਕ ਉਹਨਾਂ ਦੀ ਮੀਟਿੰਗ ਹੋਈ ਹੈ ਕਥਿਤ ਤੌਰ ਤੇ, ਉਸ ਮੀਟਿੰਗ ਦੇ ਵਿੱਚ ਸਭ ਕੁਝ ਤੈਅ ਹੋ ਚੁੱਕਿਆ। ਪਰ ਉਹ ਬੰਦੀ ਸਿੰਘਾਂ ਦੇ ਮੁੱਦੇ, ਉਹ ਪੰਜਾਬ ਦੇ ਮੁੱਦੇ, ਉਹਨਾਂ ਦੇ ਉੱਤੇ ਕੋਈ ਗੱਲਬਾਤ ਨਹੀਂ ਹੋਈ। ਇਹ ਅਕਾਲੀ ਦਲ ਦੀ ਕਾਫੀ ਸਾਰੀ ਇੱਕ ਸਟਰੋਂਗ ਲੀਡਰਸ਼ਿਪ ਦਾ ਇੱਕ ਸਟਰੋਂਗ ਆਬਜੈਕਸ਼ਨ ਹੈਗਾ। ਜੇ ਇਹਦੇ ਬਗੈਰ ਇਹ ਅਲਾਈਅੰਸ ਹੁੰਦਾ ਹੈ ਤੇ ਫਿਰ ਕੋਈ ਵੀ ਫਾਇਦਾ ਅਕਾਲੀ ਦਲ ਨੂੰ ਇਸ ਅਲਾਈਅੰਸ ਤੋਂ, ਕਿਉਂਕਿ ਇਹ ਸਿਰਫ ਇੱਕ ਨਜ਼ਰ ਆਏਗਾ ਕਿ ਇਲੈਕਟੋਰਲ ਅਪਰਚੂਨਿਟੀ ਦੀ ਰਾਜਨੀਤੀ ਹੈ। ਬਈ ਤੁਹਾਨੂੰ ਗਰਮ ਪਾਣੀ ਨਹੀਂ ਮਿਲਿਆ, ਤੁਸੀਂ ਠੰਡੇ ਪਾਣੀ ਨਾਲ ਨਹਾਉਣ ਨੂੰ ਤਿਆਰ ਹੋ ਗਏ, ਇਦਾਂ ਦਾ ਇੱਕ ਮੈਸੇਜ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਜਾਂ ਪੰਜਾਬ ਦੀ ਜਨਤਾ ਦੇ ਵਿੱਚ ਜਾਂ ਅਕਾਲੀ ਕੈਡਰ ਦੇ ਵਿੱਚ ਜਾ ਰਿਹਾ, ਜਿਹਨੂੰ ਮੌਕੇ ਨੂੰ ਸੰਭਾਲਣਾ ਇਸ ਟਾਈਮ ਸੁਖਬੀਰ ਸਿੰਘ ਬਾਦਲ ਵਾਸਤੇ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇੰਦਰਪ੍ਰੀਤ ਜੀ, ਇਸ ਵੇਲੇ ਸਥਿਤੀ ਇਹ ਬਣੀ ਹੈ ਕਿ ਜੇਕਰ ਤੁਸੀਂ ਇਸ ਪਾਸੇ ਹੋ ਤਾਂ ਵੀ ਆਲੋਚਨਾ, ਜੇ ਤੁਸੀਂ ਇਸ ਪਾਸੇ ਤਾਂ ਵੀ ਆਲੋਚਨਾ। ਜੇ ਤੁਸੀਂ ਗੱਠਜੋੜ 'ਚ ਜਾਂਦੇ ਹੋ ਤਾਂ ਕਿਹਾ ਜਾਊਗਾ ਕਿ ਇਹ, ਜਿਵੇਂ ਭਾਸਕਰ ਸਾਹਿਬ ਕਹਿ ਰਹੇ, ਕਿ ਮੌਕਾ ਪ੍ਰਸਤੀ ਹੈ, ਤੁਹਾਡੇ ਕੋਲ ਕੋਈ ਦੂਜਾ ਹੋਰ ਹੈ ਨਹੀਂ, ਤੁਸੀਂ ਸਿਰਫ ਜਿੱਤਣਾ ਚਾਹੁੰਦੇ ਹੋ ਤੇ ਮਤਲਬ ਜਿਹੜੀ ਬੇਜੋੜ ਸ਼ਾਦੀ ਹੈ ਉਹ ਵੀ ਤੁਸੀਂ ਕਰਨ ਲਈ ਤਿਆਰ ਹੋ। ਤੇ ਦੂਜੀ ਗੱਲ ਇਹ ਕਿ ਇਸ ਵੇਲੇ ਦੀ ਸਥਿਤੀ ਦੇ ਵਿੱਚ ਕੀ ਦੋਨਾਂ ਦੇ ਗੱਠਜੋੜ ਤੋਂ ਬਾਅਦ ਵੀ ਬੈਨੀਫਿਟ ਹੋ ਸਕਦਾ? ਨੰਬਰ 3 ਜਿਹੜੀ ਤੁਸੀਂ ਸਟੋਰੀ ਕੀਤੀ ਆ ਕਿ 46-71 ਦਾ ਅੰਕੜਾ, ਉਹਦੇ ਵਿੱਚੋਂ ਬਸਪਾ ਕਿੱਥੇ ਜਾਊਗੀ? ਇਹਦੀ ਅਗਲੀ ਗੱਲ ਕਿ ਕੀ ਅਕਾਲੀ ਦਲ ਆਪਣੀਆਂ ਸੀਟਾਂ ਘਟਾ ਕੇ ਆਉਣ ਨੂੰ ਤਿਆਰ ਆ? ਉਹ ਤਾਂ ਦਾਅਵਾ ਕਰਦਾ ਰਿਹਾ ਹਰਸਿਮਰਤ ਬਾਦਲ ਦੀ ਕੈਬਨਿਟ ਵਜ਼ੀਰੀ ਸੁੱਟ ਕੇ ਆਏ ਸੀ ਕਿ ਅਸੀਂ ਮੁੱਦਿਆਂ ਤੇ ਆਏ ਆ। ਹੁਣ ਇੱਥੇ ਇਸ ਜਗ੍ਹਾ ਤੇ ਖੜ ਕੇ ਜੇ ਅਕਾਲੀ ਦਲ ਐਵੇਂ ਹੀ ਚਲੇ ਜਾਂਦਾ ਤਾਂ ਫਿਰ ਉਹਨੇ ਖੱਟਿਆ ਕੀ? ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲਾਂ ਇਹ ਸਾਰੀਆਂ ਕੀਤੀਆਂ ਉਹਦੇ ਚ ਤੁਸੀਂ ਦੇਖੋ ਕਿ ਦੋਨੋਂ ਪਾਰਟੀਆਂ ਆਪਣੇ ਆਪਣੇ ਥਾਵਾਂ ਤੇ ਪ੍ਰਯੋਗ ਕਰ ਚੁੱਕੀਆਂ ਨੇ ਤੇ ਦੋਨਾਂ ਦੇ ਪ੍ਰਯੋਗ ਅਸਫਲ ਰਹੇ ਨੇ। ਇਸ ਕਰਕੇ ਪਾਰਟੀਆਂ ਇਕੱਠੀਆਂ ਹੋਣ ਦੀ ਸੰਭਾਵਨਾ ਤਲਾਸ਼ ਰਹੀਆਂ ਦੁਬਾਰਾ।
ਦੂਜੇ ਬੰਨੇ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਸੁਖਬੀਰ ਬਾਦਲ ਹੋਰਾਂ ਨੂੰ ਜੇ ਉਹਨਾਂ ਨੇ ਸੀਟਾਂ ਘਟਾਤੀਆਂ ਤਾਂ ਉਹਨਾਂ ਨੂੰ ਫਾਇਦਾ ਹੋਣਾ ਕਿ ਨਹੀਂ। ਦੇਖੋ, ਇਹ ਚੀਜ਼ ਦੇਖ ਪਿਛਲੇ ਸਮੇਂ 'ਚ ਵੀ ਕਾਫੀ ਮੁਸ਼ੱਕਤ ਹੋਈ ਸੀ, ਜਦੋਂ ਸੀਟਾਂ ਦੀ ਸਵੈਪਿੰਗ ਦਾ ਵੀ ਇਸ਼ੂ ਆਉਂਦਾ ਰਿਹਾ, ਕਈ ਸੀਟਾਂ ਹੋਈਆਂ ਵੀ ਨੇ। ਉਹਦੇ 'ਚ ਇਹ ਹੈ ਕਿ ਪਾਰਟੀਆਂ ਦੋਨੋਂ ਇਹ ਸੀਟਾਂ ਤਲਾਸ਼ ਰਹੀਆਂ ਨੇ ਵੀ ਬਹੁਤ ਸਾਰੀਆਂ ਸੀਟਾਂ ਇਦਾਂ ਦੀਆਂ ਨੇ, ਬੇਸ਼ੱਕ ਉਹ ਸਪੋਜ਼ ਕਰੋ ਹੈ ਅਕਾਲੀ ਦਲ ਦੇ ਕੋਟੇ 'ਚ, ਲੇਕਿਨ ਉਹ ਜਿੱਤਦੇ ਨਹੀਂ ਹੈ। ਸਪੋਜ਼ ਕਰੋ ਹੁਣ ਲੁਧਿਆਣਾ ਸੀਟ ਹੈ ਪਾਰਲੀਮੈਂਟ ਦੀ, ਮੈਨੂੰ ਨਹੀਂ ਲੱਗਦਾ ਕਿ ਪਾਰਲੀਮੈਂਟ ਦੀ ਸੀਟ ਅਮਰੀਕ ਅਕਾਲੀਵਾਲ ਤੋਂ ਬਾਅਦ ਅਕਾਲੀ ਦਲ ਨੇ ਕਦੀ ਇਹ ਸੀਟ ਜਿੱਤੀ ਹੋਵੇ। ਉਹ ਸਾਰੀਆਂ ਹਮੇਸ਼ਾ ਕਾਂਗਰਸ ਕੋਲ ਹੀ ਰਹਿੰਦੀਆਂ ਨੇ। ਤਾਂ ਉੱਥੇ ਇਹ ਪ੍ਰਯੋਗ ਹੋ ਰਿਹਾ ਹੈ ਕਿ ਜੇ 3 ਸੀਟਾਂ ਆਲਰੇਡੀ ਬੀਜੇਪੀ ਵਿਧਾਨ ਸਭਾ ਦੀਆਂ ਲੜਦੀ ਹੈ ਔਰ ਜਿੱਦੀ ਵੀ ਰਹੀ ਹੈ, ਤਾਂ ਕਿਉਂ ਨਾ ਇਹ ਸੀਟ ਐਤਕੀ ਸੀਟ ਚੇਂਜ ਕਰ ਲਈ ਜਾਏ। ਇਸੇ ਤਰ੍ਹਾਂ ਜਲੰਧਰ ਦੀ ਸੀਟ ਹੈ, ਅਕਾਲੀ ਦਲ ਨੂੰ ਕਾਫੀ ਟਾਈਮ ਤੋਂ ਸੀਟ ਆ ਹੀ ਨਹੀਂ ਰਹੀ, ਤੇ ਜਦੋਂ ਆ ਨਹੀਂ ਰਹੀ ਤਾਂ ਫਿਰ ਪ੍ਰਯੋਗ ਕਰਕੇ ਦੇਖ ਲਓ ਵੀ ਬਦਲ ਕੇ ਵੀ ਸਾਨੂੰ ਸੀਟ ਦੇ ਦਿਓ। ਇਹ ਜਿੰਨੀਆਂ ਸੀਟਾਂ ਦਾ ਫਾਰਮੂਲਾ ਆਇਆ ਇਹ ਹਜੇ ਅਕਾਲੀ ਦਲ ਵੱਲੋਂ ਨਹੀਂ ਆ ਰਿਹਾ, ਇਹ ਹਜੇ ਬੀਜੇਪੀ ਵੱਲੋਂ ਆ ਰਿਹਾ ਕਿ ਸਾਨੂੰ ਇਸ ਤਰ੍ਹਾਂ ਦਾ ਕਰ ਲੈਣ ਦਿਓ। ਤੇ ਵੀ ਅਸੀਂ ਆਪਣਾ ਵਿਸਤਾਰ ਕਰਨਾ ਚਾਹੁੰਦੇ ਹਾਂ ਵੀ ਬਹੁਤ ਟਾਈਮ ਹੋ ਗਿਆ, ਅਸੀਂ 23 ਸੀਟਾਂ ਤੇ ਹੀ ਅਟਕੇ ਹੋਏ ਹਾਂ। ਇਹ ਕਮਲ ਸ਼ਰਮਾ ਜਦੋਂ ਪ੍ਰਧਾਨ ਹੁੰਦੇ ਸੀ, ਮੈਨੂੰ ਯਾਦ ਹੈ ਉਦੋਂ ਵੀ ਇੱਕ ਵਾਰ ਬਹੁਤ ਟਰਾਈ ਕੀਤੀ ਗਈ ਇਹਦੇ ਤੇ। ਉਹਨਾਂ ਨੇ ਕਿਹਾ ਕਿ ਅਸੀਂ 22 ਲੱਖ ਆਪਣੇ ਨਵੇਂ ਮੈਂਬਰ ਬਣਾ ਲਏ ਆਈਏ, ਉਹ ਕਾਫੀ ਚੀਜ਼ਾਂ ਹੋਈਆਂ ਸੀਗੀਆਂ। ਉਦੋਂ ਵੀ ਇਹ ਗੱਲਾਂ ਆਈਆਂ ਕਿ ਸੀਟਾਂ ਸਾਡੀਆਂ ਵਧਾਈਆਂ ਜਾਣ, ਖਾਸ ਤੌਰ ਤੇ ਮਾਲਵਾ ਏਰੀਆ 'ਚ ਤੁਸੀਂ ਦੇਖੋ ਕਿ ਪਾਰਟੀ ਸਿਰਫ 3 ਜਾਂ 4 ਸੀਟਾਂ ਲੜਦੀ ਹੈ, ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ ਔਰ ਰਾਜਪੁਰਾ। ਬਾਕੀ ਪੂਰੇ ਮਾਲਵਾ 'ਚ ਤੁਸੀਂ ਕਹੋ ਜੀਰਕਪੁਰ ਤੋਂ ਲੈ ਕੇ ਅਬੋਹਰ ਤੱਕ ਇਹਨਾਂ ਕੋਲ ਕੋਈ ਹੋਰ ਸੀਟਾਂ ਹੈ ਹੀ ਨਹੀਂ ਵਿੱਚ ਵਿਚਾਲੇ, ਕਈ ਤਾਂ ਪੂਰੇ ਜ਼ਿਲ੍ਹੇ ਖਾਲੀ ਹੋਏ ਪਏ ਨੇ। ਸੋ ਪਾਰਟੀ ਇਹ ਚਾਹੁੰਦੀ ਹੈ ਵੀ ਇਹਨਾਂ ਥਾਵਾਂ ਤੇ ਵੀ ਸਾਨੂੰ ਸਿੰਬੋਲਿਕ ਤੌਰ ਤੇ 1-2 ਸੀਟਾਂ ਜ਼ਰੂਰ ਦਿੱਤੀਆਂ ਜਾਣ, ਤਾਂ ਕਿ ਅਸੀਂ ਵੀ ਆਪਣਾ ਵਿਸਤਾਰ ਕਰ ਸਕੀਏ। ਤੇ ਵਿਸਤਾਰ ਦਾ ਦੋਨਾਂ ਨੂੰ ਹੀ ਫਾਇਦਾ ਹੋਊਗਾ। ਇਹ ਮਤਲਬ ਉਹਨਾਂ ਵੱਲੋਂ ਸਮਝਾਇਆ ਜਾ ਰਿਹਾ ਵੀ ਸਾਨੂੰ ਦੋਨਾਂ ਨੂੰ ਹੀ ਫਾਇਦਾ ਹੋਊਗਾ, ਤਾਂ ਅਸੀਂ ਦੋਨੋਂ ਮਿਲ ਕੇ ਸੱਤਾ 'ਚ ਆ ਸਕਦੇ ਹਾਂ। ਰੀਜਨਲ ਪਾਰਟੀ ਲਈ ਰੰਧਾਵਾ ਸਾਹਿਬ ਇਹ ਹਮੇਸ਼ਾ ਹੀ ਔਖਾ ਹੁੰਦਾ ਹੈ। ਰੀਜਨਲ ਪਾਰਟੀ ਸੱਤਾ ਤੋਂ ਜ਼ਿਆਦਾਤਰ ਬਾਹਰ ਨਹੀਂ ਰਹਿ ਸਕਦੀ, ਉਹ ਖਰਾਬ ਮਤਲਬ ਬਰਬਾਦ ਹੋ ਜਾਂਦੀ ਹੈ, ਕਿਉਂਕਿ ਉਹਨਾਂ ਕੋਲ ਕੋਈ ਸੋਰਸਸ ਨਹੀਂ ਹੁੰਦੇ ਕਿ ਉਹ ਆਪਣੇ ਆਪ ਨੂੰ ਖੜਾ ਕਰ ਸਕਣ। ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ, ਬੇਸ਼ੱਕ ਉਹਨਾਂ ਕੋਲੇ ਇੱਥੇ ਇੱਕ ਸਟੇਟ 'ਚ ਸ਼ਾਇਦ ਨਾ ਵੀ ਪੈਸਾ ਮਤਲਬ ਸੱਤਾ ਚਾਹਣ, ਪਰ ਫਿਰ ਵੀ ਉੱਪਰੋਂ ਉਹਨਾਂ ਨੂੰ ਪੈਸਾ ਪੂਸਾ ਮਿਲਦਾ ਰਹਿੰਦਾ, ਉਹ ਆਪਣਾ ਕੰਮ ਚਲਾਈ ਰੱਖਦੇ ਨੇ। ਪਰ ਰੀਜਨਲ ਪਾਰਟੀ ਦਾ ਇਹ ਹੱਲ ਨਹੀਂ, ਇਹ ਹੁੰਦਾ ਉਹਨਾਂ ਲਈ ਬਹੁਤ ਮੁਸ਼ਕਿਲ ਹੈ ਰਹਿਣਾ। ਇਸ ਕਰਕੇ ਹੁਣ ਵਿਧਾਨ ਸਭਾ ਦੇ ਇਲੈਕਸ਼ਨ ਆਲਰੇਡੀ ਪਾਰਟੀ ਬੁਰੀ ਤਰ੍ਹਾਂ ਹਾਰ ਚੁੱਕੀ ਹੈ ਅਕਾਲੀ ਦਲ। ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਔਰ ਇੱਕ ਪਾਰਲੀਮੈਂਟ ਦਾ ਇਲੈਕਸ਼ਨ ਵੀ ਹਾਰ ਚੁੱਕੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਹੁਣ ਉਹਨਾਂ ਕੋਲੇ ਪ੍ਰਯੋਗ ਕਰਨ ਦਾ ਕੋਈ ਹੋਰ ਰਿਹਾ ਹੈ। ਜਿਹੜੀ ਗੱਲ ਸੀਗੀ ਕਿ ਉਹ ਜਿਸ ਇਸ਼ੂ ਤੇ ਬਾਹਰ ਆਏ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਜਿਸ ਇਸ਼ੂ ਤੇ ਬਾਹਰ ਆਏ ਆ, ਉਹ ਹੈਗਾ ਸੀ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਉਹਨਾਂ ਦਾ ਵਿਰੋਧ ਸੀ, ਉਹ ਤਾਂ ਬੀਜੇਪੀ ਨੇ ਰੱਦ ਕਰ ਹੀ ਦਿੱਤੇ ਹੈ। ਤਾਂ ਹੁਣ ਉਹ ਤਾਂ ਇਸ਼ੂ ਹੈ ਨਹੀਂ ਹੈ। ਉਹ ਜਿਹੜੀ ਆਹ ਗੱਲ ਚੱਲ ਰਹੀ ਹੈ ਜੀ, ਭਾਸਕਰ ਸਾਹਿਬ ਨੇ ਵੀ ਉਹਨੂੰ ਗੱਲ ਕਹੀ ਹੈ ਵੀ ਉਹ ਸੁਖਬੀਰ ਬਾਦਲ ਨੂੰ ਚਾਹੁੰਦੇ ਹੈ ਕਿ ਉਹ ਮਿਨਿਸਟਰ ਬਣੇ। ਉੱਥੇ ਮਿਨਿਸਟਰੀ ਵੀ ਤੈਅ ਹੋ ਰਹੀ ਹੈ ਵੀ ਉਹ ਐਗਰੀਕਲਚਰ ਮਿਨਿਸਟਰ ਬਣਨ, ਇਹ ਵੀ ਨਾਲ ਹੈ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਪਾਰਟੀ ਉਹ ਇੱਕ ਮੈਸੇਜ ਵੀ ਦੇਣਾ ਚਾਹੁੰਦੀ ਹੈ ਕਿ ਅਸੀਂ ਮਤਲਬ ਕਿਸਾਨਾਂ ਦੇ ਹਮਦਰਦ ਹਾਂ, ਇਸ ਕਰਕੇ ਅਸੀਂ ਕਿਸਾਨੀ ਖਿੱਤੇ 'ਚ ਇੱਕ ਪਹਿਲਾਂ ਅਸੀਂ ਆਪਣਾ ਪ੍ਰਧਾਨ ਵੀ ਉਸ ਦਾ ਬਣਾਇਆ, ਹੁਣ ਇਹ ਜਿਹੜੀ ਮਿਨਿਸਟਰੀ ਹੈ ਇਹ ਵੀ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ। ਸੋ ਇਸ ਤਰ੍ਹਾਂ ਦਾ ਇੱਕ ਮੈਸੇਜ ਹੁੰਦਾ ਹੈ ਜਿਹੜਾ ਕਨਵੇ ਕਰਨਾ ਹੁੰਦਾ ਹੈ। ਉਹਦੇ ਪਿੱਛੇ ਕੀ ਮਤਲਬ ਨੀਤੀਆਂ ਹੋ ਸਕਦੀਆਂ ਉਹ ਅਲੱਗ ਸਵਾਲ ਨੇ, ਪਰ ਜਿਹੜਾ ਇੱਕ ਮੈਸੇਜ ਕਨਵੇ ਕਰਨਾ ਹੈ, ਹਜੇ ਤਾਂ ਉਸ ਪੁਆਇੰਟ ਦੇ ਉੱਤੇ ਖੜੀਆਂ ਨੇ ਦੋਨੋਂ ਪਾਰਟੀਆਂ। ਮੈਨੂੰ ਲੱਗਦਾ ਕਿ ਇਹ ਇੰਨਾ ਨੁਕਸਾਨਦਾਇਕ ਨਹੀਂ ਹੋਊਗਾ ਜਿੰਨਾ ਮਤਲਬ ਮੰਨਿਆ ਜਾ ਰਿਹਾ ਕਿ ਦੋਨੋਂ ਪਾਰਟੀਆਂ ਨੂੰ ਨੁਕਸਾਨ ਹੈ। ਇਹਦੇ 'ਚ ਇੱਕ ਸਵਾਲ ਤੁਸੀਂ ਉਠਾਇਆ ਸੀਗਾ ਕਿ ਖੇਤਰੀ ਪਾਰਟੀਆਂ ਕੋਲੇ ਕੋਈ ਦੂਜਾ ਬਦਲ ਹੀ ਨਹੀਂ ਹੁੰਦਾ, ਇਹ ਬਹੁਤੀ ਦੇਰ ਪਾਵਰ ਤੋਂ ਬਾਹਰ ਨਹੀਂ ਰਹਿ ਸਕਦੀਆਂ। ਇਹਦੀ ਆਪਾਂ ਉਦਾਹਰਨ ਵੀ ਵੇਖ ਹੀ ਰਹੇ ਹਾਂ ਕਿ ਜਿਹੜੀ ਅਕਾਲੀ ਦਲ ਲਗਾਤਾਰ ਨੁਕਸਾਨ 'ਚ ਜਾ ਰਿਹਾ, ਤੁਸੀਂ ਠੀਕ ਕਹਿ ਰਹੇ ਹੋ। ਪਰ ਇੱਕ ਹੋਰ ਟਰੈਕ ਰਿਕਾਰਡ ਹੈ, ਉਹ ਹੈਗਾ ਬੀਜੇਪੀ ਨੇ ਜਿੱਥੇ ਖੇਤਰੀ ਪਾਰਟੀਆਂ ਨਾਲ ਸਮਝੌਤਾ ਕੀਤਾ ਹੈ। ਹੁਣ ਸ਼ਿਵ ਸੈਨਾ ਦੇ ਵਿੱਚ ਮਹਾਰਾਸ਼ਟਰ 'ਚ ਸ਼ਿਵ ਸੈਨਾ ਉੱਪਰ ਸੀ, ਅਕਾਲੀ ਦਲ ਵਾਂਗ ਉਹ ਵੱਡੇ ਭਾਈਵਾਲ ਵਜੋਂ ਲੜਦੀ ਸੀ, ਤੇ ਫਿਰ ਉਹ ਤੁਹਾਨੂੰ ਪਤਾ ਕਿਵੇਂ ਅਗਲੀ ਵਾਰ ਦੇ ਵਿੱਚ ਕਿਵੇਂ ਸ਼ਿਵ ਸੈਨਾ ਨੂੰ ਬੀਜੇਪੀ ਖਾ ਗਈ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਸਾਡਾ ਗੁਆਂਢੀ ਸੂਬਾ ਸੀ, ਜੋ ਹਾਲ ਦੇਖਿਆ ਵੀ ਉਹ ਪਹਿਲਾਂ ਛੋਟੇ ਭਰਾ ਵਾਂਗ ਅੰਦਰ ਆਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਕਿਵੇਂ ਕੈਪਚਰ ਕਰਦੇ ਆ। ਸੋ ਜੇਕਰ ਹੁਣ ਉਹ 46 ਸੀਟਾਂ ਤੇ ਮੰਨ ਜਾਂਦੇ ਨੇ ਅਕਾਲੀ ਦਲ ਵਾਲੇ, ਤੇ ਜਿਵੇਂ ਪਿਛਲੀ ਵਾਰੀ 13 ਦੇ ਵਿੱਚੋਂ 10 ਦਿਨ ਦੀ ਲੜਾਈ ਦੇ ਵਿੱਚ ਅਕਾਲੀ ਦਲ ਵੀ 2 ਜਿੱਤ ਸਕਿਆ ਤੇ ਬੀਜੇਪੀ ਵੀ 2 ਜਿੱਤ ਗਈ,
ਬਰਾਬਰ ਤੇ ਆ ਗਏ। ਬੈਲੈਂਸ ਤੁਸੀਂ ਦੇਖੋ ਵੀ ਉਹਨਾਂ 3 ਲੜੀਆਂ 2 ਕੱਢ ਕੇ ਲਾਏ, ਉਹਨਾਂ ਨੇ 10 ਲੜੀਆਂ ਤੇ 2 ਕੱਢ ਕੇ ਲਿਆਏ। ਸੋ 46 ਤੇ 71 ਦੇ ਵਿੱਚ ਜੇ ਫਿਰ ਇਹਦੇ ਵਿੱਚ ਸਥਿਤੀ ਥੋੜੀ ਜਿਹੀ ਵੱਖਰੀ ਹੁੰਦੀ ਆ ਤੇ ਬੀਜੇਪੀ ਇਹਦੇ ਵਿੱਚ ਜ਼ਿਆਦਾ ਸੀਟਾਂ ਜਿੱਤ ਜਾਂਦੀ ਆ। ਜੇ ਇਹ ਤਾਂ ਬਹੁਤ ਹਾਈਪੋਥੈਟੀਕਲ ਸਵਾਲ ਹੈ, ਬਹੁਤ ਅੱਗੇ ਦਾ ਸਵਾਲ ਆ। ਤੇ ਅਗਲੀ ਵਾਰ ਕੀ 46 ਤੇ ਅਕਾਲੀ ਦਲ ਤੇ 71 ਤੇ ਬੀਜੇਪੀ ਹੋ ਸਕਦੀ ਹੈ? ਇਹ ਭਾਸਕਰ ਸਾਹਿਬ ਚੀਜ਼ਾਂ ਸਾਡੇ ਕਹਿਣ ਦੀਆਂ ਥੋੜਾ, ਇਹ ਤਾਂ ਇਤਿਹਾਸ ਇਟਸੈਲਫ ਰਿਪੀਟ ਹੁੰਦਾ ਰਹਿੰਦਾ ਨਾ, ਆਪਾਂ ਥੋੜੀ ਆ। ਦੂਜੀ ਗੱਲ ਇਹ ਵੀ ਆ ਕਿ ਜੇ ਸੁਖਬੀਰ ਸਿੰਘ ਬਾਦਲ ਖੇਤੀ ਮੰਤਰੀ ਬਣ ਜਾਂਦੇ ਨੇ ਤਾਂ 6 ਮਹੀਨਿਆਂ 'ਚ ਐਸਾ ਕਿਹੜਾ ਰੈਵੋਲੂਸ਼ਨਰੀ ਕੰਮ ਕਰ ਦੇਣਗੇ ਵੀ ਉਹਨਾਂ ਨੂੰ ਲੋਕ ਸਿਰ ਤੇ ਬਿਠਾਉਣਗੇ, ਕਿਉਂਕਿ ਬਹੁਤ ਔਖਾ ਹੈ। ਮੋਦੀ ਸਾਹਿਬ ਦੀ ਗਵਰਨਮੈਂਟ ਦੇ ਵਿੱਚ ਫੈਸਲੇ ਤਾਂ ਲਏ ਹੀ ਨਹੀਂ ਜਾਂਦੇ, ਆਪ ਫੈਸਲੇ ਤਾਂ ਉਹ ਆਪ ਕਰਦੇ ਨੇ। ਅਗਲੀ ਗੱਲ ਕਿ ਕਿਸਾਨੀ ਮੁੱਦੇ ਦੇ ਉੱਤੇ ਜਿੱਤਣ ਤੋਂ ਬਾਅਦ, ਇੰਦਰਪ੍ਰੀਤ ਗੱਲ ਹੀ ਕਰ ਰਹੇ ਸੀ ਪਹਿਲਾਂ ਵੀ, ਕਿਸਾਨਾਂ ਨੇ ਲੜ ਕੇ ਦੇਖ ਲਿਆ ਕਿੰਨੀਆਂ ਕੁ ਵੋਟਾਂ ਮਿਲੀਆਂ। ਲੋਕ, ਪੰਜਾਬ ਦੇ ਲੋਕਾਂ ਦਾ ਰਿਵੋਲਟ ਹੀ, ਮਤਲਬ ਜਿਹਨੂੰ ਕਹਿੰਦੇ ਨਾਬਰ ਕਿਸਮ ਦਾ ਐਟੀਟਿਊਡ ਆ, ਵਿਰੋਧ ਦਾ ਤਕੜੇ ਦਾ ਵਿਰੋਧ ਕਰਨਾ, ਸੱਤਾ ਦਾ ਵਿਰੋਧ ਕਰਨਾ, ਸੱਤਾਧਾਰੀ ਹੋ ਕੇ ਕੋਈ ਪ੍ਰਾਪਤੀ ਕਰਨੀ ਹੈ, ਇਹ ਕਾਫੀ ਔਖੀ ਮੰਨੀ ਜਾਂਦੀ ਹੈ ਪੰਜਾਬ ਦੇ ਸੁਭਾਅ ਅਨੁਸਾਰ। ਭਾਸਕਰ ਸਾਹਿਬ ਜੀ, ਜਿੱਥੇ ਤੱਕ ਇਸ ਅਲਾਈਅੰਸ ਦੀ ਗੱਲ ਕਰੀਏ ਰੰਧਾਵਾ ਜੀ, ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ, ਇਹਦੇ ਵਿੱਚ ਦੋਨੋਂ ਪਾਰਟੀਆਂ ਚਾਹੁੰਦੀਆਂ ਅਲਾਈਅੰਸ ਹੋ ਜਾਣ, ਔਰ ਇਹਦੇ ਵਿੱਚ ਕੋਈ ਡਿਸਕਸ਼ਨ ਨਹੀਂ ਹੋ ਰਹੀ, ਰਾਦਰ ਡਿਕਟੇਸ਼ਨ ਹੋ ਰਹੀ ਹੈ। ਬੀਜੇਪੀ ਜੋ ਕੁਝ ਕਹਿ ਰਿਹਾ ਅਕਾਲੀ ਦਲ ਨੂੰ ਉਸ ਗੱਲ ਨੂੰ ਮੰਨਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈਗੀ। ਔਰ ਅੱਜ ਦੀ ਮੀਟਿੰਗ ਦੇ ਵਿੱਚ ਵੀ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕੇ ਹਾਂ, ਕੋਈ ਐਦਾਂ ਨਹੀਂ ਕਿ ਵੀ ਅਕਾਲੀ ਲੀਡਰਸ ਤੋਂ ਜਾਂ ਕੋਈ ਰਾਏ ਲੈਣੀ ਹੈ ਕਰੀਏ ਕਿ ਨਾ ਕਰੀਏ, ਇਹ ਚੀਜ਼ਾਂ ਕਰਕੇ ਆਏ ਨੇ। ਔਰ ਹੁਣ ਅਕਾਲੀ ਦੀ ਅੱਜ ਦੀ ਮੀਟਿੰਗ ਦੇ ਵਿੱਚ ਹੋ ਸਕਦਾ ਕਈ ਸਵਾਲ ਉੱਠਣ ਕਿ ਜੀ ਤੁਸੀਂ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਬੀਜੇਪੀ ਤੋਂ ਕੁਝ ਕਰਵਾਓ, ਉਸ ਤੋਂ ਬਾਅਦ ਅਸੀਂ ਅਗਰ ਜੁਆਇਨ ਕਰਦੇ ਹਾਂ ਜਾਂ ਅਲਾਈਅੰਸ ਕਰਦੇ ਹਾਂ ਤੇ ਫਿਰ ਤੇ ਅਕਾਲੀ ਦਲ ਨੂੰ ਕੋਈ ਫਾਇਦਾ ਹੋ ਜਾਂਦਾ ਹੈ। ਹੁਣ ਇੰਦਰਪ੍ਰੀਤ ਉਹਨਾਂ ਨੇ ਗੱਲ ਕੀਤੀ ਕਿ ਵੀ ਈਵਨ ਮੰਤਰਾਲਿਆ ਤੱਕ ਤੈਅ ਹੋ ਗਿਆ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਐਗਰੀਕਲਚਰ ਮਿਨਿਸਟਰ। ਜੇ ਵਾਕਈ ਬਤੌਰ ਐਗਰੀਕਲਚਰ ਮਿਨਿਸਟਰ ਅਗਰ ਉਹਨਾਂ ਦਾ ਤੈਅ ਹੋ ਗਿਆ, ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਹੈਗਾ ਤੇ ਉਹ ਐਮਐਸਪੀ ਨੂੰ ਲੈ ਕੇ, ਕਿਸਾਨੀ ਮੁੱਦੇ ਨੂੰ ਲੈ ਕੇ, ਤੇ ਉਸ ਮੰਤਰਾਲਿਆ ਨੂੰ ਹਾਸਿਲ ਕਰਕੇ ਕਿਤੇ ਸੁਖਬੀਰ ਸਿੰਘ ਬਾਦਲ ਉਹਨਾਂ ਆਪਣੇ ਆਪ ਵਾਸਤੇ ਜਾਂ ਆਪਣੀ ਪਾਰਟੀ ਵਾਸਤੇ ਜਬ ਤੇ ਨਹੀਂ ਪਾ ਲੈਣਗੇ। ਹਾਂ, ਅਗਰ ਕੁਝ ਕਰਨ ਦੀ ਸਥਿਤੀ ਦੇ ਵਿੱਚ ਹੋਏ, ਖਾਸ ਕਰਕੇ ਐਮਐਸਪੀ ਦੇ ਉੱਤੇ ਕਾਨੂੰਨੀ ਗਾਰੰਟੀ ਦੇਣ ਦੇ ਮੁੱਦੇ ਦੇ ਉੱਤੇ ਹੋਏ, ਜੇ ਹਜੇ ਤੱਕ ਗਾਰੰਟੀ ਦਿੱਤੀ ਜਾ ਸਕਦੀ ਹੋਈ ਤੇ ਉਹ ਦੇ ਦੇਣੀ ਸੀ। ਉਹ ਨਰਿੰਦਰ ਤੋਮਰ ਉਹਨਾਂ ਦਾ ਕੀ ਕਸੂਰ ਸੀਗਾ? ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਨੂੰ ਬੀਜੇਪੀ ਦੇ ਨਾਲ ਅਲਾਈਅੰਸ ਕਰਕੇ ਨੁਕਸਾਨ ਕਿੰਨਾ ਕੁ ਹੋਏਗਾ, ਫਾਇਦਾ ਕਿੰਨਾ ਕੁ ਹੋਏਗਾ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਐਗਰੀਕਲਚਰ ਮਿਨਿਸਟਰ ਬਣਨਾ, ਉਹ ਜ਼ਰੂਰ ਆਉਣ ਵਾਲੇ ਟਾਈਮ ਵਿੱਚ ਉਹਨਾਂ ਦੀ ਰਾਜਨੀਤਿਕ ਔਕੜਾਂ ਨੂੰ ਵਧਾ ਸਕਦਾ। ਨਹੀਂ, ਅਸੀਂ ਦਾਅਵਾ ਨਹੀਂ ਕਰਦੇ ਵੀ ਉਹ ਬਣ ਰਹੇ ਆ। ਐਸੀਆਂ ਕਿਆਸ ਰਾਈਆਂ, ਐਸੀਆਂ ਕਨਸੋਆਂ ਸੋਰਸਸ ਰਿਪੋਰਟਾਂ ਹੁੰਦੀਆਂ ਨੇ, ਹੋਰ ਕੁਝ ਨਹੀਂ ਹੈ। ਇੰਦਰਪ੍ਰੀਤ ਜੀ, ਇਹਦੇ ਚ ਆਖਰੀ ਸਵਾਲ ਜਿਹੜਾ ਮੈਨੂੰ ਲੱਗਦਾ ਕਿ ਜੇ ਅਕਾਲੀ ਲੀਡਰਸ਼ਿਪ, ਕਿਉਂਕਿ ਪਿਛਲੀਆਂ ਕੁਝ ਮੀਟਿੰਗਾਂ ਐਸੀਆਂ ਸੀ, ਇਹ ਇਲੈਕਸ਼ਨ ਹਾਰਨ ਤੋਂ ਬਾਅਦ ਔਰ ਇਹ ਇਲੈਕਸ਼ਨ ਤੋਂ ਪਹਿਲਾਂ ਵੀ 2022 ਵਾਲੀ, ਸੁਖਬੀਰ ਸਿੰਘ ਬਾਦਲ ਘੰਟਿਆਂ ਤੱਕ ਆਪਣੀ ਲੀਡਰਸ਼ਿਪ ਨੂੰ ਸੁਣਦੇ ਨੇ ਕੋਰ ਕਮੇਟੀ ਦੇ ਵਿੱਚ, ਔਰ ਉਹ ਸਾਰੇ ਆਪਣੀ ਆਪਣੀ ਰਾਏ ਦਿੰਦੇ ਆ। ਵੱਖਰੀ ਗੱਲ ਆ ਭਾਸਕਰ ਸਾਹਿਬ ਜਿਹੜੀ ਗੱਲ ਕਹਿ ਰਹੇ ਕਿ ਫੈਸਲੇ ਕੀਤੇ ਹੁੰਦੇ ਹੋਣਗੇ, ਪਹਿਲਾਂ ਹੀ ਤੈਅ ਹੁੰਦਾ ਵੀ ਕੀ ਕਰਨਾ, ਪਰ ਗੱਲ ਸਾਰਿਆਂ ਦੀ ਸੁਣੀ ਜਾਂਦੀ ਹੈ। ਕੀ ਇਹਦੇ ਵਿੱਚ ਇਹ ਸਵਾਲ ਉੱਠਣਗੇ ਕਿ ਆਪਾਂ ਜਿਹੜੀਆਂ ਉਹਨਾਂ ਦੀਆਂ 23 ਤੋਂ 46 ਕਰਕੇ ਇੱਕ ਵਜ਼ੀਰੀ ਲੈ ਕੇ ਲੋਕਾਂ 'ਚ ਕੀ ਮੂੰਹ ਵਿਖਾਵਾਂਗੇ? ਇਸ ਸਾਰੇ ਜਿੰਨੀ ਗੱਲਬਾਤ ਦੇ ਵਿੱਚੋਂ ਅਖੀਰ 'ਚ ਫੈਸਲਾ ਹੋਊਗਾ ਵੀ ਆਪਾਂ 6 ਮਹੀਨੇ ਲਈ ਵਜ਼ੀਰੀ ਲੈ ਕੇ ਕਰਨੀ ਕੀ ਆ। ਅਸੀਂ ਜਦੋਂ ਪਾਵਰ ਦੇ ਵਿੱਚ ਵੈਸੇ ਹੀ ਹੋਵਾਂਗੇ ਉੱਪਰਲੇ ਭਾਈਵਾਲ ਦੇ ਨਾਲ, ਤੇ ਸਾਡੀ ਵੈਸੇ ਹੀ ਪਾਵਰ ਬੜੀ ਹੋਣੀ ਆ, ਆਪਾਂ ਉੱਥੇ ਜਾ ਕੇ ਵਜ਼ੀਰੀ ਲੈ ਕੇ ਕਰ ਵੀ ਕੀ ਲੈਣਾ? ਇੱਕ ਤੇ ਇਹ ਸਵਾਲ ਆ। ਦੂਜੀ ਗੱਲ ਇਹ ਵੀ ਆ ਕਿ ਜਿਹੜੇ ਲੀਡਰਾਂ ਨੂੰ 23 ਬੰਦਿਆਂ ਨੂੰ ਆਪਣੀਆਂ ਟਿਕਟਾਂ ਤੋਂ ਹੱਥ ਧੋਣੇ ਪੈਣੇ ਆ, ਭਾਵੇਂ ਤੁਸੀਂ ਇਹ ਕਹੋਗੇ ਕਿ ਉਹਦੇ ਚ ਬਸਪਾ ਦੀਆਂ ਵੀ ਚਲੇ ਜਾਣੀਆਂ ਨੇ, ਅਕਾਲੀ ਦਲ ਤੇ ਵੀ ਤੇ ਦੋਸ਼ ਆਊਗਾ ਨਾ ਵੀ ਜਿਹਨੇ ਔਖੇ ਵੇਲੇ ਤੁਹਾਡਾ ਸਾਥ ਦਿੱਤਾ ਬਸਪਾ ਨੇ, ਤੁਸੀਂ ਉਹਨੂੰ ਮੱਖਣ ਚੋਂ ਵਾਲ ਵਾਂਗ ਬਾਹਰ ਕੱਢਤਾ। ਤੇ ਜੇ ਹੁਣ 46 ਉਹਨਾਂ ਨੂੰ ਮੰਨ ਲਓ ਚਲੀਆਂ ਜਾਂਦੀਆਂ, ਬਿਲਕੁਲ ਹਾਈਪੋਥੈਟੀਕਲ ਆ, ਐਵੇਂ ਕਿਆਸ ਰਾਈਆਂ ਦਾ ਸਵਾਲ ਆ, ਸਾਨੂੰ ਨਹੀਂ ਪਤਾ ਕੀ ਹੋ ਰਿਹਾ। ਜੇਕਰ ਇੰਜ ਹੋ ਜਾਂਦਾ ਮੰਨ ਲਓ, ਤਾਂ ਫਿਰ ਜਿਹੜੀ ਬਸਪਾ ਹੈ ਉਹਨੂੰ ਸੀਟਾਂ ਕਿੱਥੋਂ ਦਿੱਤੀਆਂ ਜਾਣਗੀਆਂ ਜੇ ਆਪਣੇ ਜ਼ੁਬਾਨ ਤੇ ਕਾਇਮ ਰਹਿਣਾ ਹੋਵੇ? ਬਹੁਤ ਅਕਾਲੀ ਲੀਡਰ ਕਹਿੰਦੇ ਰਹੇ ਕਿ ਹੁਣ ਅਸੀਂ ਬੀਜੇਪੀ ਨਾਲ ਨਹੀਂ ਜਾਣਾ, ਅਸੀਂ ਬਸਪਾ ਨਾਲੋਂ ਕਿਸੇ ਕੀਮਤ ਤੇ ਪਿਛਲੀ ਵਾਰ ਵਾਂਗ ਨਾਤਾ ਨਹੀਂ ਤੋੜਨਾ, ਤੇ ਫਿਰ ਬਸਪਾ ਨੂੰ ਕਿੱਥੋਂ ਸੀਟਾਂ ਦਿੱਤੀਆਂ ਜਾਣਗੀਆਂ? ਇਹ
ਮੈਂ ਗੱਲ ਸਿਰਫ ਤੇ ਸਿਰਫ ਪਾਰਲੀਮੈਂਟ ਦੀ ਨਹੀਂ ਕਰ ਰਿਹਾ, ਮੈਂ ਗੱਲ ਵਿਧਾਨ ਸਭਾ ਦੀ ਵੀ ਕਰ ਰਿਹਾ। ਜਿਹੜੀ ਗੱਲ ਤੁਰ ਪੈਂਦੀ ਪਿਛਾਂ ਨਹੀਂ ਹਟਦੀ। ਸੋ ਇਹ ਸਾਰੀਆਂ ਗੱਲਾਂ, ਤੇ ਉਹਦੇ ਵਿੱਚੋਂ ਕੁਝ ਲੋਕ ਐਸੇ ਵੀ ਹੋਣਗੇ ਜਿਨ੍ਹਾਂ ਦੀਆਂ ਟਿਕਟਾਂ ਕੱਟ ਕੇ ਬੀਜੇਪੀ ਦੇ ਖਾਤੇ 'ਚ ਜਾਣੀਆਂ, ਵਿਹਲੇ ਹੋਣ ਵਾਲੇ ਬੰਦੇ, ਇਹ ਸਾਰੇ ਗੱਲ ਨੂੰ ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਬਸਪਾ ਦੀ, ਦੇਖੋ ਬਸਪਾ ਦੀ ਪੋਜੀਸ਼ਨ ਹੁਣ ਨੈਸ਼ਨਲ ਲੈਵਲ ਤੇ ਵੀ ਉਹ ਨਹੀਂ ਰਹੀ ਜੋ ਕਿਸੇ ਟਾਈਮ ਮਾਇਆਵਤੀ ਦੀ ਹੁੰਦੀ ਸੀ। ਪਾਰਟੀ ਬਹੁਤ ਉੱਪਰਲੇ ਲੈਵਲ ਤੇ ਵੀ ਕਮਜ਼ੋਰ ਹੋ ਗਈ ਹੈ। ਇਸ ਕਰਕੇ ਉਹਨਾਂ ਕੋਲ ਵੀ ਨੈਗੋਸੀਏਸ਼ਨ ਦੀ ਕੋਈ ਬਹੁਤੀ ਵੱਡੀ ਸਥਿਤੀ 'ਚ ਨਹੀਂ ਹੈਗੇ ਉਹ, ਕਿ ਬਹੁਤ ਕੋਈ ਜ਼ਿਆਦਾ ਵੱਡੀ ਸ਼ਰਤ ਰੱਖ ਲੈਣੀ ਇੱਦਾਂ ਦਾ। ਠੀਕ ਹੈ, ਉਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ, ਮੈਂ ਨਹੀਂ ਕਹਿ ਰਿਹਾ ਕਿ ਇਹ ਚੀਜ਼ਾਂ 46 ਜਾਂ 71 ਵਾਲੀਆਂ ਫਾਈਨਲ ਨੇ। ਜਦੋਂ ਇਹ ਪਾਰਟੀਆਂ ਇੱਥੇ ਬੈਠਣਗੀਆਂ, ਵੀ ਪਹਿਲਾਂ ਤਾਂ ਦੇਖੋ, ਪਹਿਲਾ ਸਵਾਲ ਤਾਂ ਇਹ ਹੈ ਕਿ ਆਪਾਂ ਗੱਠਜੋੜ ਕਰਨਾ ਹੈ। ਉਸ ਤੋਂ ਬਾਅਦ ਅਗਲਾ ਸਵਾਲ ਹੋਊਗਾ ਵੀ ਗੱਠਜੋੜ ਕਿੰਨੀਆਂ ਸੀਟਾਂ ਤੇ ਕਰਨਾ ਹੈ। ਮਤਲਬ ਕਿ ਇਹਦੇ ਵਿੱਚ ਆਪਾਂ ਬਸਪਾ ਨੂੰ ਵੀ ਨਾਲ ਰੱਖਣਾ ਹੈ, ਤਾਂ ਉਹ ਚੀਜ਼ਾਂ ਵੀ ਤੈਅ ਹੋਣਗੀਆਂ। ਸੋ ਇਹ ਉਸ ਤੋਂ ਬਾਅਦ ਵਾਲੇ ਸਵਾਲ ਨੇ। ਮੈਨੂੰ ਲੱਗਦਾ ਕਿ ਜਦੋਂ ਭਾਜਪਾ ਨੇ ਵੀ 46 ਸੀਟਾਂ ਮੰਗੀਆਂ, ਤੇ ਭਾਜਪਾ ਤੁਹਾਨੂੰ ਪਤਾ ਹੈ ਕਿ 46 ਸੀਟਾਂ ਜਿੱਤਣ ਦੇ ਜਾਂ ਲੜਨ ਦੇ ਸਥਿਤੀ 'ਚ ਨਹੀਂ ਹੈ। ਉਹ ਜ਼ਿਆਦਾ ਤੋਂ ਜ਼ਿਆਦਾ 32-33 ਦੇ ਆਸ-ਪਾਸ ਤਾਂ ਆਪਣਾ, ਜਿੱਥੇ ਉਹਨਾਂ ਦਾ ਕਾਡਰ ਹੈ ਹਜੇ ਵੀ, ਉੱਥੇ ਤੱਕ ਤਾਂ ਫੋਕਸ ਕਰ ਸਕਦੀ ਹੈ। ਜਿਹੜਾ 35 ਕਰ ਲੇਗੀ। ਇਸ ਤੋਂ ਜ਼ਿਆਦਾ ਭਾਜਪਾ ਨੂੰ ਵੀ ਪਤਾ ਹੈ ਕਿ 35 ਤੋਂ ਜ਼ਿਆਦਾ ਸੀਟਾਂ ਸਾਡੇ ਤੋਂ ਨਹੀਂ ਲੜੀਆਂ ਜਾਣੀਆਂ। ਸਾਡਾ ਉੱਥੇ ਕਾਡਰ ਨਹੀਂ ਹੈਗਾ। ਇੰਦਰਪ੍ਰੀਤ ਜੀ, 20 ਬੰਦੇ ਤੋਂ ਨਾ ਕਾਂਗਰਸ ਚੋਂ ਲੈ ਲਏ, ਜਿਹੜੇ ਮੰਤਰੀ ਬਣੇ, ਵਜ਼ੀਰ ਬਣੇ, ਇਲੈਕਸ਼ਨਾਂ ਲੜਦੇ ਰਹੇ ਆ। ਕਈ ਬੰਦੇ ਤਾਂ ਰੈਲੀਆਂ ਕਰ ਰਹੇ, ਦਾਅਵੇ ਕਰ ਰਹੇ। ਦੇਖੋ ਇਸ ਵੇਲੇ ਸਥਿਤੀ ਹੈ, ਜਾਖੜ ਸਾਹਿਬ ਨੂੰ ਤੁਸੀਂ ਬਤੌਰ ਪ੍ਰਧਾਨ ਕਿੱਥੇ ਸੁੱਟ ਦਿਓਗੇ ਜੀ? ਤੁਸੀਂ ਜਾਖੜ ਸਾਹਿਬ ਦੇ ਨਾਲ ਜਿਹੜੇ ਬਾਕੀ ਵਜ਼ੀਰਾਂ ਦੀ ਇੱਕ ਫਹਿਰਿਸਤ ਆ, ਉਹਨੂੰ ਕਿੱਥੇ ਸੁੱਟ ਦਿਓਗੇ? ਮੈਨੂੰ ਲੱਗਦਾ ਕਿ 40 ਤੋਂ ਥੱਲੇ ਬੀਜੇਪੀ ਨੂੰ ਵਾਰਾ ਹੀ ਨਹੀਂ ਖਾਂਦਾ ਇਸ ਵੇਲੇ ਦੀ ਸਥਿਤੀ ਦੇ ਵਿੱਚ। ਮੈਂ ਇਹ ਜਿਹੜੀ ਗੱਲ ਤੁਹਾਡੇ ਸਾਹਮਣੇ ਰੱਖ ਰਿਹਾ, ਬੀਜੇਪੀ ਇਸ ਗੱਲ ਨੂੰ ਅਕਾਲੀ ਦਲ ਕੋ ਰੱਖਣ ਦਾ ਯਤਨ ਕਰੂਗੀ ਕਿ ਸਾਡਾ ਕੈਂਡੀਡੇਟ ਦੇਖੋ। ਪਰ ਹੁਣ ਇਸ ਗੱਲ ਦਾ ਵੀ ਸਵਾਲ ਆ ਕਿ ਮਲੋਕੇ ਤੇ ਕਾਂਗੜ 'ਚ ਕਦੀ ਨਹੀਂ ਬਣੀ। ਉਹ ਕਹਿਣਗੇ ਕਾਂਗੜ ਭਾਰਾ ਕਿ ਮਲੋਕਾ ਭਾਰਾ। ਫਿਰ ਉਹਨਾਂ ਦੀਆਂ 2 ਸੀਟਾਂ ਜਿਹੜੀਆਂ ਹੁਣੇ ਸੱਜਰੀ ਮੌੜ ਵਾਲੀ ਮਲੋਕਾ ਸਾਹਿਬ ਨੂੰ ਦਿੱਤੀ ਆ, ਇਹਦਾ ਮਤਲਬ ਹੈ ਉਹਨਾਂ ਕੋਲ ਫਿਰ ਇੱਕ ਰਹਿ ਜਾਊਗੀ। ਸਵਾਲ ਇਸ ਗੱਲ ਦਾ ਵੀ ਹੈ ਨਾ ਕਿ ਬਲਬੀਰ ਸਿੱਧੂ, ਤੁਸੀਂ ਬਾਕੀ ਬੰਦੇ ਸਾਰੇ A to Z ਦੇਖ ਲਓ, ਸੁੰਦਰ ਸ਼ਾਮ ਅਰੋੜਾ ਤੋਂ ਲੈ ਕੇ ਉਧਰ ਫਿਰੋਜ਼ਪੁਰ ਦੇ ਵਿੱਚ ਪਰਲੇ ਗੁਰੂ ਹਰਸਾਏ ਵੱਲ ਬੈਠੇ ਨੇ, ਰਾਣਾ ਸੋਢੀ, ਕਿੰਨੇ ਵਿਅਕਤੀ ਨੇ ਜਿਹੜੇ, ਅੱਛਾ ਕੈਪਟਨ ਅਮਰਿੰਦਰ ਸਿੰਘ ਹੈਵੀ ਵੇਟ ਨੇ। ਜਦੋਂ ਹੁਣ ਇਹ ਸਾਰੇ ਇੱਕੋ ਸਟੇਜ ਤੇ ਬੈਠਿਆ ਕਰਨਗੇ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ, ਸੁਨੀਲ ਜਾਖੜ, ਕਿਆ ਨਜ਼ਾਰਾ ਬਣਿਆ ਕਰੂਗਾ। ਇਹ ਪਹਿਲੂ ਵੀ ਹੈ। ਸੋ ਮੈਂ ਇਸ ਗੱਲ ਨੂੰ ਇੱਕ ਵਾਰੀ ਤੁਹਾਡੇ ਕੋਲ ਇਸ ਲਿਆ ਰਿਹਾ ਕਿ ਤੁਹਾਡੀ ਸੁਨੀਲ ਜਾਖੜ ਨਾਲ ਗੱਲ ਵੀ ਹੋਈ ਆ, ਉਹ ਆਪਣੀ ਕੇਂਦਰੀ ਲੀਡਰਸ਼ਿਪ ਨਾਲ ਅੱਜ ਮੁਲਾਕਾਤ ਵੀ ਕਰਨਗੇ। ਸੁਨੀਲ ਜਾਖੜ ਦਾ ਇਹਦੇ ਚ ਕੀ ਵਿਊ ਪੁਆਇੰਟ ਆ? ਮੈਨੂੰ ਯਾਦ ਹੈ ਉਹ ਬਾਦਲ ਪਰਿਵਾਰ ਨਾਲ ਬਹੁਤ ਸੋਹਣੇ ਰਿਸ਼ਤਿਆਂ 'ਚ ਹੈ, ਉਹ ਮਨਪ੍ਰੀਤ ਬਾਦਲ ਨਾਲ ਵੀ ਬਹੁਤ ਸੋਹਣੇ ਰਿਸ਼ਤਿਆਂ 'ਚ ਸੀ, ਪਰ ਇਸ ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਉਹਨਾਂ ਨਾਲ ਬੁਰੀ ਤਰ੍ਹਾਂ ਨਾਲ ਵਿਗੜੀ ਪਈ ਆ, ਕਿਉਂਕਿ ਉਹਨਾਂ ਨੂੰ ਲੱਗਦਾ ਸੁਨੀਲ ਜਾਖੜ ਨੂੰ ਕਿ ਮੈਨੂੰ ਮੁੱਖ ਮੰਤਰੀ ਬਣਦੇ ਰੋਕਣ ਵਾਲਿਆਂ 'ਚ ਮਨਪ੍ਰੀਤ ਬਾਦਲ ਦਾ ਵੀ ਰੋਲ ਵੱਡਾ ਸੀ। ਸੋ ਬਾਦਲਾਂ ਦੇ ਵਿੱਚ ਤੇ ਇੱਧਰ ਚੌਧਰੀ ਪਰਿਵਾਰ ਦੇ ਵਿੱਚ ਜਿਹੜੀ ਗੱਲ ਆ, ਇਹ ਗੱਠਜੋੜ 'ਚ ਕਿੱਦਾਂ ਵਧੂਗੀ? ਨਹੀਂ ਦੇਖੋ, ਹਜੇ ਜਾਖੜ ਸਾਹਿਬ ਵੀ ਨਵੇਂ ਆ। ਜਿਹੜੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਹਜੇ ਮੇਰੇ ਨਾਲ ਇਸ ਸੰਬੰਧੀ ਕੋਈ ਗੱਲ ਨਹੀਂ ਹੋਈ, ਕਿਉਂਕਿ ਮੈਨੂੰ ਹਜੇ ਤਾਂ ਉਹਨਾਂ ਨੇ ਮੈਨੂੰ ਜਾਂ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਹੋਰ ਬਦਲੇ ਆ ਉਹਨਾਂ ਨੂੰ ਲਗਾਇਆ। ਹਜੇ ਫੋਕਸ ਉਹਨਾਂ ਦਾ ਇਸ ਤੇ ਹੈ। ਜਿਹੜਾ ਗੱਠਜੋੜ ਕਰਨਾ ਜਾਂ ਨਹੀਂ ਕਰਨਾ, ਇਹ ਪਹਿਲਾਂ ਵੀ ਆਪਾਂ ਇਹ ਗੱਲ ਕਰ ਚੁੱਕੇ ਵੀ ਪਾਰਟੀ ਸਿੱਧਾ ਉੱਪਰੋਂ ਹੀ ਫੈਸਲਾ ਲੈਂਦੀ ਹੈ। ਦੇਖੋ ਜਾਖੜ ਸਾਹਿਬ ਨੂੰ ਵੀ ਬਣਾਉਣ ਦਾ ਫੈਸਲਾ ਸਿੱਧਾ ਉੱਪਰੋਂ ਹੀ ਹੈ। ਇਹਦੇ ਵਿੱਚ ਇਹ ਨਹੀਂ ਹੈ ਕਿ ਉਹਨਾਂ ਨੇ ਥੱਲੇ ਆਪਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਨਾਂ ਨੂੰ ਬਹੁਤ ਕੰਸਲਟ ਕੀਤਾ ਹੋਊਗਾ। ਜੇ ਕੰਸਲਟ ਕੀਤਾ ਹੁੰਦਾ ਤਾਂ ਹੁਣ ਤੱਕ ਜਿਹੜੇ ਜਾਖੜ ਸਾਹਿਬ ਨੂੰ ਕਹਿੰਦੇ ਹੁੰਦੇ ਆ ਵੀ ਪ੍ਰਸ਼ੰਸਾ ਕਰਨੀ ਆ, ਉਹਨਾਂ ਦੇ ਹੱਕ 'ਚ ਉਹ ਟਵੀਟ ਕਰਨੇ, ਇਦਾਂ ਦੇ ਫੇਰਿਸਤ ਬਹੁਤ ਲੰਬੀ ਹੋ ਜਾਣੀ ਸੀ। ਪਰ ਤੁਸੀਂ ਦੇਖੋ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ। ਉਨੀ ਜ਼ਿਆਦਾ ਉਹਨਾਂ ਦੇ ਹੱਕ 'ਚ ਨਹੀਂ ਆਈ। ਜਿਹੜਾ ਭਾਜਪਾ ਦਾ ਕੈਡਰ ਹੈ, ਕੈਡਰ ਵੋਟ ਦੀ ਮੈਂ ਗੱਲ ਕਰ ਰਿਹਾ, ਭਾਜਪਾ ਇਸ ਗੱਲ ਦਾ ਤਾਂ ਖਿਆਲ ਰੱਖ ਹੀ ਰਹੀ ਹੈ ਕਿ ਜਿੱਥੇ ਉਹਨਾਂ ਦਾ ਕੈਡਰ ਹੈਗਾ ਉਹ ਸੀਟਾਂ ਐਟਲੀਸਟ ਅਸੀਂ ਨਾ ਦਈਏ ਜਾਂ ਕਿਸੇ ਨਾਲ ਨਾ ਸ਼ੇਅਰ ਕਰੀਏ, ਚਾਹੇ ਉਹ ਕਾਂਗਰਸ ਤੋਂ ਦੂਜੇ ਆਏ ਹੋਲੇ ਵੀ ਪਾਰਟੀ। ਉਹ ਪ੍ਰਯੋਗ ਆਲਰੇਡੀ ਕਰ ਚੁੱਕਿਆ ਹੈ। ਵਿਧਾਨ ਸਭਾ ਜਿਹੜੀ ਹੁਣ ਨਿਕਲੀ ਹੈ ਉਸ 'ਚ ਬਹੁਤ ਸਾਰੀਆਂ ਸੀਟਾਂ, ਖਾਸ ਤੌਰ ਤੇ ਮੈਂ ਤੁਹਾਨੂੰ ਉਦਾਹਰਨ ਦਵਾਂ, ਰਾਣਾ ਸੋਢੀ ਦੀ ਸੀਟ ਹੈ, ਫਿਰੋਜ਼ਪੁਰ ਸੀਟ ਭਾਜਪਾ ਜਿੱਤਦੀ ਰਹੀ ਹੈ, ਭਾਜਪਾ ਦਾ ਉੱਥੇ ਕੈਡਰ ਹੈਗਾ। ਇਸ ਤੋਂ ਬਾਵਜੂਦ ਵੀ ਉਹਨਾਂ ਨੇ ਰਾਣਾ ਸੋਢੀ ਦੇ ਉੱਤੇ ਦਾਅ ਖੇਲਿਆ ਜਿਹੜੇ ਗੁਰੂ ਹਰਸਾਏ 'ਚ ਸੀਗੇ। ਤੇ ਪਰ ਔਰ ਇਹ ਗੱਲ ਚੱਲਦੀ ਰਹੀ ਬਹੁਤ ਅੰਦਰ ਵੀ ਅਸੀਂ ਆਪਣੇ ਕਾਡਰ ਨੂੰ ਕਿਉਂ ਛੋੜ ਰਹੇ ਹਾਂ, ਅਸੀਂ ਹਾਰ ਜਾਾਂਗੇ ਸੀਟ। ਲੇਕਿਨ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਬਾਹਰੋਂ ਆਪਾਂ ਇੱਥੇ ਵੱਡੇ ਵੱਡੇ ਭੇਜਦੇ ਹਾਂ, ਰੂਪਾਨੀ ਸਾਹਿਬ ਟਾਈਪ ਜਾਂ ਕੁਝ ਹੋਰ ਬੰਦੇ, ਜਿਨ੍ਹਾਂ ਨੂੰ ਇੱਥੇ ਦੇ ਧਰਾਤਲ ਦਾ ਨਹੀਂ ਪਤਾ, ਉਹ ਬਿਲਕੁਲ ਹੋਰ ਤਰ੍ਹਾਂ ਦੇ ਡਿਸੀਜਨ ਲੈਂਦੇ ਨੇ। ਉਹਨਾਂ ਨੂੰ ਲੱਗਦਾ ਕਿ
ਰਾਣਾ ਸੋਢੀ ਬਹੁਤ ਵੱਡੇ ਲੀਡਰ ਨੇ, ਇਸ ਕਰਕੇ ਤਾਂ ਇਹ ਸੀਟ ਜਿੱਤੀ ਹੋਈ ਪਈ ਹੈ। ਸੀਟ ਉਸ ਤਰ੍ਹਾਂ ਨਹੀਂ ਜਿੱਤੀ ਜਾਂਦੀ, ਲੋਕਲ ਸਰਕਮਸਟੈਂਸਸ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ। ਇਸ ਕਰਕੇ ਮੈਨੂੰ ਲੱਗਦਾ ਕਿ ਭਾਜਪਾ ਦਾ ਕਾਡਰ ਇਹ ਗੱਲ ਦੇ ਉੱਤੇ ਬਹੁਤ ਖਿਆਲ ਰੱਖ ਰਿਹਾ। ਤੁਸੀਂ ਗੱਲ ਕੀਤੀ ਹੈ ਵੀ ਬਹੁਤ ਸਾਰੀ ਲੀਡਰਸ਼ਿਪ ਦੇਖੋ ਜਿਹੜੀ ਕਾਂਗਰਸ ਤੋਂ ਇੱਧਰ ਆਈ ਹੈ, ਉਹ ਬਹੁਤ ਮਤਲਬ ਜਿਹਨੂੰ ਮੈਂ ਕਹਿੰਦਾ ਵੀ ਬਹੁਤ ਉਹਨਾਂ ਚ ਚੱਲੇ ਹੋਏ ਕਾਰਤੂਸ ਵੀ ਨੇ, ਉਹ ਬਹੁਤੇ ਟਾਈਮ ਹੁਣ ਚੱਲਣ ਵਾਲੇ ਹੈ ਨਹੀਂ ਹੈ। ਸੋ ਇਹ ਗੱਲ ਨਹੀਂ ਹੋਊਗੀ ਕਿ ਉਹਨਾਂ ਨੂੰ ਵੀ ਸਾਰੀਆਂ ਸੀਟਾਂ ਮਿਲਣਗੀਆਂ। ਭਾਜਪਾ ਦਾ ਇੱਕੋ ਨਿਸ਼ਾਨਾ ਹੁੰਦਾ ਹੈ ਕਿ ਸਾਹਮਣੇ ਵਾਲੀ ਜਿਹੜੀ ਮੇਨ ਪ੍ਰਤੀਦਵੰਦੀ ਪਾਰਟੀ ਹੈ ਉਹਨੂੰ ਤਾਂ ਪਹਿਲਾਂ ਤਹਿਸ ਨਹਿਸ ਕਰੋ, ਤੋੜੋ, ਬੁਰੀ ਤਰ੍ਹਾਂ ਤੋੜਦੇ ਨੇ ਉਹਨਾਂ ਨੂੰ, ਚਾਹੇ ਉਹਨਾਂ ਦੇ ਬੰਦੇ ਇੱਧਰ ਲਿਆਣ ਜਾਂ ਕਿਸੇ ਵੀ ਤਰ੍ਹਾਂ ਲਿਆਣ, ਉਸ ਤਰ੍ਹਾਂ ਤੋੜ ਦੋ। ਫਿਰ ਉਸ ਤੋਂ ਬਾਅਦ ਜਿਹੜੇ ਆਏ ਹੋਏ ਲੀਡਰ ਨੇ ਇਹਨਾਂ ਨੂੰ ਵੀ ਉਧਰ ਜਾਣ ਜੋਗਾ ਨਾ ਛੱਡੋ। ਇਸ ਤਰ੍ਹਾਂ ਦੀ ਰਣਨੀਤੀ ਤੇ ਉਹ ਹਮੇਸ਼ਾ ਤੋਂ ਕੰਮ ਕਰਦੇ ਆ। ਸੋ ਇਸ ਤਰ੍ਹਾਂ ਵੀ ਇਹ ਵੀ ਰਣਨੀਤੀ ਇੱਥੇ ਚੱਲੇਗੀ। ਭਾਸਕਰ ਸਾਹਿਬ, ਆਪਾਂ ਇਹਨੂੰ ਲਾਸਟ ਰਾਉਂਡ 'ਚ ਹੀ ਰੱਖਦੇ ਹਾਂ ਇਸ ਗੱਲ ਨੂੰ, ਕਿਉਂਕਿ ਮੈਨੂੰ ਲੱਗਦਾ ਇਹਨੂੰ ਨਜਿੱਠੇ ਬਿਨਾਂ ਅੱਗੇ ਵਧਿਆ ਨਹੀਂ ਜਾਣਾ। ਜਦੋਂ ਚੱਲੇ ਹੋਏ ਕਾਰਤੂਸ ਵਾਲੀ ਗੱਲ ਇੰਦਰਪ੍ਰੀਤ ਕਰਦੇ ਆ ਤਾਂ ਮੈਂ ਉਹਨਾਂ ਲੀਡਰਾਂ ਦੇ ਨੈਟਵਰਕ ਨੂੰ ਜਾਣਦਾ। ਘੱਟੋ ਘੱਟ 5-5, 7-7 ਹਜ਼ਾਰ ਦੇ ਲੈਵਲ ਤੇ ਇਹਨਾਂ ਦਾ ਆਪਣਾ ਆਧਾਰ ਬਣ ਗਿਆ ਹੁੰਦਾ। ਜਦੋਂ ਵਜ਼ੀਰ ਬਣੇ ਹੁੰਦੇ ਆ, ਲੱਖ ਵਿਰੋਧ ਕਰਨ ਦੇ ਬਾਵਜੂਦ ਇਹ ਆਪਣੇ ਹਲਕਿਆਂ 'ਚ 65 ਬਣਾ ਗਏ ਹੁੰਦੇ ਆ, ਔਰ ਹਰ ਪਿੰਡ ਦੇ ਵਿੱਚ ਇਹਨਾਂ ਦਾ ਧੜਾ ਕਾਇਮ ਹੁੰਦਾ। ਬਸ ਫਰਕ ਇਹ ਹੁੰਦਾ ਵੀ ਜਦੋਂ ਇਹ ਪਾਰਟੀਆਂ ਤੋਂ ਬਾਹਰ ਆ ਜਾਂਦੇ ਆ ਤੇ ਫਿਰ ਬਿਲਕੁਲ ਹੀ ਜ਼ੀਰੋ ਹੋ ਜਾਣ, ਗੱਲ ਵੱਖਰੀ ਹੈ। ਜਦੋਂ ਇਹ ਫਿਰ ਦੂਜੀ ਪਾਰਟੀ 'ਚ ਜਾਂਦੇ ਆ ਤੇ ਉਹ ਧੜੇ ਕਾਇਮ ਰਹਿੰਦੇ ਨੇ। ਸੋ ਬੀਜੇਪੀ ਕੋਲ ਜਿਹੜੇ ਬੰਦੇ ਆਏ ਨੇ ਉਹ ਹੈਵੀ ਵੇਟ ਨੇ। ਭਾਵੇਂ ਦੇਖੋ ਇੱਕ ਨਵੇਂ ਬੰਦੇ ਨੂੰ ਲਿਆ ਕੇ ਕਿਤੇ ਆਮ ਆਦਮੀ ਪਾਰਟੀ ਵਰਗੀ ਲਹਿਰ ਦੇ ਵਿੱਚ ਜਿੱਤਣਾ ਜਾਂ ਦੂਜਿਆਂ ਦੇ ਵਿਰੋਧ ਵਿੱਚ ਚੱਲੀ ਹਨੇਰੀ ਦੇ ਵਿੱਚ ਜਿੱਤਣਾ, ਉਹ ਤਾਂ ਹੈ ਕਿ ਬੇਪਛਾਣੇ ਜਿੱਤ ਜਾਂਦੇ ਆ, ਪਰ ਗਹਿ ਗੱਚ ਮੁਕਾਬਲਿਆਂ 'ਚ ਚਿਹਰਿਆਂ ਦਾ ਆਪਣਾ ਰੋਲ ਹੁੰਦਾ ਹੈ। ਸੋ ਬੀਜੇਪੀ ਲਈ ਬਾਹਰੋਂ ਲਿਆਂਦੇ ਚਿਹਰੇ, ਕੈਪਟਨ ਅਮਰਿੰਦਰ ਸਿੰਘ ਨੂੰ ਇਗਨੋਰ ਕੀਤਾ ਜਾ ਸਕਦਾ, ਉਹ ਆਪ ਇਲੈਕਸ਼ਨ ਨਹੀਂ ਲੜਨਗੇ, ਉਮਰ ਦਾ ਫਰਕ ਹੈ, ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਕਿਸੇ ਨੂੰ ਇੱਕ ਅੱਧੇ ਨੂੰ ਜੀ ਨੂੰ ਟਿਕਟ ਦਿਵਾਉਣ ਦੇ ਅਜੇ ਵੀ ਸਮਰੱਥ ਹੈ, ਜਿਵੇਂ ਉਹਨਾਂ ਨੇ ਵਫਾਦਾਰੀ ਨਿਭਾਈ। ਪਰ ਸਵਾਲ ਮੈਂ ਜਿਹੜਾ ਕਰਨ ਲੱਗਿਆ ਉਹ ਇਹ ਹੈ ਕਿ ਇਸ ਸਥਿਤੀ ਦੇ ਵਿੱਚ ਜਿੱਥੇ ਹੁਣ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਸੁਨੀਲ ਜਾਖੜ ਇੱਕ ਫੁੱਲ ਫਲੈਜ ਪਾਰਟੀ ਚਲਾਉਣ ਦੇ ਸਮਰੱਥ ਹੈ। ਬੀਜੇਪੀ ਕੀ ਇਸ ਤਰ੍ਹਾਂ ਦੀਆਂ ਰਿਊਮਰਸ ਤਾਂ ਨਹੀਂ ਅੱਗੇ ਵਧਾ ਰਹੀ ਕਿ ਬੀਜੇਪੀ ਇਸ ਤਰ੍ਹਾਂ ਦਾ ਵੱਡਾ ਫੈਸਲਾ ਲੈਣ ਤੋਂ ਬਾਅਦ ਵੀ ਤੁਰੰਤ ਗੱਠਜੋੜ ਵੱਲ ਜਾਣਾ ਚਾਹੂਗੀ, ਭਾਵੇਂ ਕਿ ਉਹਨਾਂ ਨੂੰ ਨੈਸ਼ਨਲ ਪ੍ਰਸਪੈਕਟਿਵ ਜਿਹੜਾ ਦਿਸਦਾ ਹੈ, ਉਹਨਾਂ ਨੂੰ ਵੱਡੀ ਤਸਵੀਰ ਦੇ ਵਿੱਚ ਪੰਜਾਬ ਦੀਆਂ 5-4 ਸੀਟਾਂ ਵੀ ਦਿਸਦੀਆਂ ਹੋਣ ਤੇ ਉਹ ਸਮਝੌਤਾ ਕਰਨ ਤੋਂ ਪਾਸੇ ਨਹੀਂ ਹੋਣਗੇ, ਕਿਉਂਕਿ ਉਹਨਾਂ ਲਈ ਦਿੱਲੀ ਦਾ ਤਖਤ ਅਹਿਮ ਆ। ਪਰ ਸੁਨੀਲ ਜਾਖੜ ਵਰਗੇ ਸਮਰੱਥ ਬੰਦੇ ਨੂੰ ਕਮਾਂਡ ਦੇ ਕੇ ਫਿਰ ਸੀਮਤ ਹੋ ਜਾਣਾ, ਸਿਮਟ ਜਾਣਾ ਉਹਨਾਂ ਨੂੰ ਵਾਰਾ ਖਾਊਗਾ। ਬਿਨਾਂ ਪ੍ਰਯੋਗ ਕੀਤਿਆਂ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਬਿਨਾਂ ਕੋਈ 2-4 ਮਹੀਨੇ ਦੇਖੇ ਉਹ ਤੁਰੰਤ ਫੈਸਲਾ ਗੱਠਜੋੜ ਕਰਨ ਵੱਲ ਜਾਣਗੇ ਜਾਂ ਅਜੇ ਆਪਣੀ ਵਰਕਿੰਗ, ਆਪਣੇ ਨਵੇਂ ਪ੍ਰਧਾਨ ਦੀ ਵਰਕਿੰਗ ਨੂੰ ਪਰਖਣਾ ਚਾਹਣਗੇ? ਜਿੱਥੇ ਤੱਕ ਗੱਲ ਸੀਟਾਂ ਦੀ ਵੰਡ ਦੀ ਹੈ, ਤੁਸੀਂ ਇਹ ਦੇਖੋ ਕਿ ਵੀ ਇਹ ਸਾਰੀ ਸੀਟਾਂ ਤਕਰੀਬਨ ਦੋਨੋਂ ਪਾਰਟੀਆਂ ਬੀਜੇਪੀ ਤੇ ਅਕਾਲੀ ਦਲ ਹਾਰੀ ਹੋਈਆਂ ਸੀਟਾਂ ਹੈਗੀਆਂ, ਔਰ ਉਹਨਾਂ ਸੀਟਾਂ ਦੇ ਉੱਤੇ ਹਜੇ ਰਿਵਾਈਵਲ, ਕਿਉਂਕਿ ਲੁਧਿਆਣਾ ਅਸੀਂ ਲੜਾਂਗੇ, ਜਲੰਧਰ ਅਸੀਂ ਲੜਾਂਗੇ, ਇਹਨਾਂ ਗੱਲਾਂ ਨਾਲ ਅੱਗੇ ਤੇ ਗੱਲ ਤੁਰ ਰਹੀ ਹੈ। ਪਰ ਫਿਲਹਾਲ ਹੁਣ ਇਸ ਪੂਰੇ ਇਸ਼ੂ ਨੂੰ ਪਾਸਟ, ਪ੍ਰੈਜ਼ੈਂਟ ਤੇ ਫਿਊਚਰ ਦੇ ਰਾਹੀਂ ਅਗਰ ਤੁਸੀਂ ਸੀਨ ਬਣਾਉਣ ਦੀ ਕੋਸ਼ਿਸ਼ ਕਰੋ, ਅਕਾਲੀ ਦਲ ਸੀਨੀਅਰ ਪਾਰਟਨਰ ਹੁੰਦਾ ਸੀ, ਵੱਡੀ ਪਾਰਟੀ ਹੁੰਦਾ ਸੀ, ਇੱਕ ਤਰੀਕੇ ਨਾਲ ਬੀਜੇਪੀ ਦੇ ਉੱਤੇ ਵੀ ਰੂਲ ਕਰਦਾ ਹੁੰਦਾ ਸੀ। ਸੂਬੇ ਦੇ ਵਿੱਚ 23 ਲੀਡਰ ਜਿਹੜੇ ਬੀਜੇਪੀ ਦੇ ਇਲੈਕਸ਼ਨ ਲੜਦੇ ਸੀਗੇ ਜਾਂ ਜੋ ਵੀ ਲੀਡਰ ਸੀਗੇ, ਉਹਨਾਂ ਨੂੰ ਕਦੀ ਵੀ ਬੀਜੇਪੀ ਨੇ ਆਪ ਹਾਵੀ ਨਹੀਂ ਹੋਣ ਦਿੱਤਾ। ਇੱਥੇ ਤੱਕ ਕਿ ਮੌਕਾ ਆਇਆ 23 ਚ 19 ਜਿੱਤੀ ਸੀਗੀ ਬੀਜੇਪੀ ਨੇ, ਔਰ ਉਸ ਟਾਈਮ ਬੀਜੇਪੀ ਦੀ ਸਪੋਰਟ ਤੋਂ ਬਗੈਰ ਅਕਾਲੀ ਦਲ ਦੀ ਸਰਕਾਰ ਨਹੀਂ ਚੱਲ ਸਕਦੀ ਸੀ। ਤਾਂ ਵੀ ਜਦ ਉਪ ਮੁੱਖ ਮੰਤਰੀ ਬਣਾਉਣ ਦੀ ਵਾਰੀ ਆਈ ਤੇ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੇ ਉਪ ਮੁੱਖ ਮੰਤਰੀ ਬਣੇ, ਔਰ ਇਹ ਪਹਿਲਾ ਮੌਕਾ ਸੀਗਾ ਇਸ ਸੂਬੇ ਦੇ ਵਿੱਚ ਹੀ ਪਿਤਾ ਮੁੱਖ ਮੰਤਰੀ ਹੋਣ ਤੇ ਪੁੱਤਰ ਉਪ ਮੁੱਖ ਮੰਤਰੀ ਹੋਣ। ਸ਼ਾਇਦ ਮੇਰੇ ਖਿਆਲ ਨਾਲ ਕਿਸੇ ਹੋਰ ਜਗ੍ਹਾ ਪਹਿਲੇ ਕਦੀ ਨਹੀਂ ਹੋਇਆ। ਔਰ ਉਸ ਤੋਂ ਬਾਵਜੂਦ ਵੀ ਮਨੋਰੰਜਨ ਕਾਲੀਆ ਹੋਣਾ ਉਸ ਦਿਨ ਉਹ ਸੂਟ ਸਵਾ ਕੇ ਬੈਠੇ ਹੋਏ ਸੀ, ਔਰ ਉਸ ਦਿਨ ਉਹਨਾਂ ਨੂੰ ਉਮੀਦ ਸੀਗੀ ਕਿ ਸ਼ਾਇਦ ਦਿੱਲੀ ਤੋਂ ਕੋਈ ਆਰਡਰ ਆਏਗਾ, ਕਿਉਂਕਿ ਲੀਡਰਸ਼ਿਪ ਵੱਖਰੀ ਸੀ ਉਸ ਟਾਈਮ। LK ਅਡਵਾਨੀ ਉਹਨਾਂ ਦਾ ਟਾਈਮ ਸੀਗਾ, ਅਟਲ ਬਿਹਾਰੀ ਵਾਜਪਾਈ ਉਹਨਾਂ ਦਾ ਟਾਈਮ ਸੀਗਾ। ਉਹਨਾਂ ਨੇ ਹਮੇਸ਼ਾ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਕਿਸੇ ਵੀ ਤਰੀਕੇ ਦਾ ਕੋਈ ਹੱਕ ਨਹੀਂ ਦਿੱਤਾ ਕਿ ਤੁਸੀਂ ਅਕਾਲੀ ਦਲ ਦਾ ਵਿਰੋਧ ਕਰੋ, ਕਿਉਂਕਿ ਉਹਨਾਂ ਦੀ ਯਾਰੀ ਸਿੱਧਾ ਪ੍ਰਕਾਸ਼ ਸਿੰਘ ਬਾਦਲ ਔਰ ਅਡਵਾਨੀ ਸਾਹਿਬ ਦੀ ਹੁੰਦੀ ਸੀ। ਹਾਲਾਤ ਚੇਂਜ ਹੋ ਗਏ, ਔਰ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਕਰੋ ਇੱਕ ਵਾਰ ਇੱਕ ਇਨਸੀਡੈਂਟ ਹੋਇਆ ਸੀਗਾ ਕਿ ਅੱਜ ਸ਼ਾਮ ਨੂੰ 4 ਵਜੇ ਤੱਕ ਭਾਜਪਾ ਅਕਾਲੀ ਦਲ ਤੋਂ ਸਪੋਰਟ ਵਾਪਸ ਲੈ ਸਕਦੀ ਹੈ, ਕਿਉਂਕਿ ਬਿਜਲੀ ਦੀ ਵਧੀ ਹੋਈ ਦਰਾਂ ਨੂੰ ਅਗਰ ਅਕਾਲੀ ਦਲ ਸਰਕਾਰ ਨੇ ਘਟਾਇਆ ਨਹੀਂ ਤੇ 4 ਵਜੇ ਅੰਤਿਮ ਫੈਸਲਾ ਹੋਏਗਾ। ਉਹਨਾਂ ਦਿਨਾਂ ਦੇ ਵਿੱਚ ਮੈਨੂੰ ਇੱਕ ਗੱਲ ਕਿਸੇ ਲੀਡਰ ਨਾਲ ਹੀ ਹੋ ਰਹੀ ਸੀ, ਮੈਂ ਕਿਹਾ ਸ਼ਾਮੀ ਹੋਏਗਾ ਕਿ 4 ਵਜੇ? ਉਹ ਕਹਿੰਦੇ ਭਾਜਪਾ ਲਾਲਿਆਂ ਦੀ ਪਾਰਟੀ ਹੈ,
ਤੁਸੀਂ ਕਹਿੰਦਾ ਗੱਲ ਤਾਂ ਸੁਣੀ ਹੋਏਗੀ, ਇੱਕ ਲਾਲੇ ਦੇ ਘਰ ਚੋਰ ਆ ਗਏ ਔਰ ਲਾਲੇ ਨੇ ਚੋਰ ਘੇਰ ਲਿਆ ਔਰ ਹੁਣ ਮੌਕਾ ਸੀਗਾ ਕਿ ਪੁਲਿਸ ਬੁਲਾ ਕੇ ਉਸ ਚੋਰ ਨੂੰ ਫੜਾਣਾ। ਉਹ ਜਦ ਇੰਨਾ ਕੁ ਗੱਲ ਚੱਲਦੀ ਸੀਗੀ ਤੇ ਚੋਰ ਨੂੰ ਪਤਾ ਸੀ ਲਾਲੇ ਦੀ ਕਮਜ਼ੋਰੀ। ਉਹ ਚੋਰ ਨੇ ਕਿਹਾ ਲਾਲਾ ਜੀ ਬਾਕੀ ਸਾਰੀ ਗੱਲਾਂ ਠੀਕ ਹੈ, ਤੁਸੀਂ ਮੈਨੂੰ ਢਾਹ ਤੇ ਲਿਆ, ਤੁਸੀਂ ਰਿਵਾਲਵਰ ਵੀ ਬੜੀ ਸੋਹਣੀ ਰੱਖੀ ਹੋਈ ਹੈ ਕਿੰਨੇ ਦੀ? ਉਹ ਕਹਿੰਦੇ 45,000 ਦੀ। ਕਹਿੰਦੇ 50 ਲੈਣੇ ਆ। ਤੇ ਉਹ ਲਾਲੇ ਨੇ ਪਿਸਤੌਲ ਜਿਹੜੀ ਆ ਉਹ ਚੋਰ ਦੇ ਹੱਥ 'ਚ ਫੜਾਤੀ, ਕਹਿੰਦੇ ਕੱਢ 50। ਯਾਨੀ ਉਹ 5,000 ਦੇ ਫਾਇਦੇ ਦੇ ਵਿੱਚ ਵੀ ਲਾਲੇ ਦੀ ਪਾਰਟੀ ਕੋਈ ਸਮਝੌਤਾ ਕਰ ਸਕਦੀ ਹੈ। ਇਹ ਗੱਲ ਉਸ ਟਾਈਮ ਵੀ ਚੱਲੀ ਸੀ। ਉਹ ਜਦ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਵੀ ਗੱਲ ਹੁੰਦੀ ਸੀਗੀ, ਉਹ ਵੀ ਬੀਜੇਪੀ ਨੂੰ ਕੋਈ ਬਹੁਤ ਸੀਰੀਅਸਲੀ ਨਹੀਂ ਲੈਂਦੇ ਸੀ। ਔਰ ਅੱਜ ਦੀ ਸਥਿਤੀ, ਕਿਉਂਕਿ ਮੈਂ ਪਾਸ ਦੀ ਗੱਲ ਕੀਤੀ ਹੈ, ਅੱਜ ਪ੍ਰੈਜ਼ੈਂਟ ਦੇ ਵਿੱਚ ਬੀਜੇਪੀ ਡਿਕਟੇਟ ਕਰ ਰਹੀ ਹੈ, ਆਪਾਂ 46 ਤੇ ਲੜਾਂਗੇ, ਆਪਾਂ 50 ਤੇ ਲੜਾਂਗੇ, 8-5। ਇਹ ਸਾਰੀ ਗੱਲਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕੋਈ ਰਿਐਕਸ਼ਨ ਆਇਆ? ਇਸ ਗੱਲ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਨਹੀਂ ਅਸੀਂ ਤੇ 10 ਤੇ ਹੀ ਲੜਾਂਗੇ, ਕੋਈ ਆਇਆ ਹੀ ਨਹੀਂ। ਅਸੀਂ ਬਹਿਸ ਕਰ ਰਹੇ ਹਾਂ, ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਸੀਟਾਂ ਦਾ ਫਾਰਮੂਲਾ ਸਾਨੂੰ ਇੱਧਰੋਂ ਉੱਧਰੋਂ ਪਤਾ ਲੱਗ ਰਿਹਾ ਉਸ ਫਾਰਮੂਲੇ ਦੇ ਉੱਤੇ ਗੱਲ ਕਰ ਰਹੇ ਹਾਂ। ਹਾਲਾਂਕਿ ਗੱਲ ਤੇ ਇਹ ਵੀ ਚੱਲ ਰਹੀ ਹੈ ਕਿ 6-6-1 ਦਾ ਵੀ ਹੋ ਸਕਦਾ ਕੰਮ, ਯਾਨੀ 6 ਤੇ ਅਕਾਲੀ ਦਲ, 6 ਤੇ ਬੀਜੇਪੀ ਔਰ ਇੱਕ ਸੀਟ ਦੇ ਉੱਤੇ ਬਸਪਾ ਦੀ ਜਿਹੜੀ ਇਸ ਅਲਾਈਅੰਸ ਦੇ ਵਿੱਚ ਐਂਟਰੀ ਹੈ ਉਹ ਪੰਜਾਬ ਦੀ ਨਹੀਂ ਇੰਪੋਰਟੈਂਸ ਰੱਖਦੀ, ਯੂਪੀ ਦੇ ਵਿੱਚ ਇੰਪੋਰਟੈਂਸ ਰੱਖਦੀ ਹੈ। ਕਿਉਂਕਿ ਜਦ ਵਿਰੋਧੀ ਦਲ ਇੱਕ ਛਤਰੀ ਥੱਲੇ ਇਕੱਠੇ ਹੋ ਰਹੇ ਹੋਣ ਤੇ ਉਸ ਛਤਰੀ ਦੇ ਵਿੱਚ ਜਾਣ ਵਾਸਤੇ, ਕਿਸੇ ਨੂੰ ਰੋਕਣ ਵਾਸਤੇ ਕਈ ਵਾਰ ਅਲਾਈਅੰਸ ਕਰਨਾ ਪੈਂਦਾ। ਹੁਣ ਮਾਇਆਵਤੀ ਉਹਨਾਂ ਵਾਸਤੇ ਕੋਈ ਬਹੁਤਾ ਆਪਸ਼ਨ ਬਾਕੀ ਨਹੀਂ ਹੈਗੀ, ਬੀਜੇਪੀ ਦੇ ਨਾਲ ਜਾਣਾ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ। ਹੁਣ ਗੱਲ ਕਰੀਏ ਫਿਊਚਰ ਦੀ, ਫਿਊਚਰ ਦੇ ਵਿੱਚ ਕੀ ਹੋਏਗਾ? ਹੁਣ ਫਿਊਚਰ ਦੇ ਵਿੱਚ 5 ਸੀਟਾਂ ਦੇ ਜਾਂ 6 ਸੀਟਾਂ ਤੇ ਬੀਜੇਪੀ ਲੜੇਗੀ ਔਰ 6 ਸੀਟਾਂ ਤੇ ਅਕਾਲੀ ਦਲ ਲੜੇਗੀ। ਜੇ ਅਕਾਲੀ ਦਲ ਇੱਕ ਵੀ ਸੀਟ ਨਹੀਂ ਜਿੱਤ ਪਾਇਆ ਔਰ ਬੀਜੇਪੀ ਇੱਕ ਅੱਧ ਸੀਟ ਵੀ ਜਿੱਤ ਗਈ ਜਾਂ 2 ਵੀ ਜਿੱਤ ਗਈ ਜਾਂ 3 ਵੀ ਜਿੱਤ ਗਈ, ਤਦ ਅੱਗੇ ਚੱਲ ਕੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਇਹ ਜਿਹੜੀ 46 ਜਾਂ 50 ਦਾ ਫਾਰਮੂਲਾ ਦੇਖ ਰਿਹਾ, ਹੋ ਸਕਦਾ ਹੈ ਅਕਾਲੀ ਦਲ ਤੋਂ ਬੀਜੇਪੀ ਜ਼ਿਆਦਾ ਸੀਟਾਂ ਮੰਗਣ, ਜਿਹੜੀ ਹਜੇ ਘੱਟ ਦੀ ਗੱਲ ਚੱਲ ਰਹੀ ਹੈ, ਔਰ ਉਹ ਇਸ ਗੱਲ ਨੂੰ ਸ਼ੋਅ ਕਰ ਦੇਣ ਕਿ ਦੇਖੋ ਅਸੀਂ ਤੇ ਆਪਣੀ ਸੀਟਾਂ ਜਿੱਤ ਲਈ ਪੰਜਾਬ ਦੇ ਵਿੱਚ, ਤੁਸੀਂ ਕੀ ਜਿੱਤ ਪਾਏ। ਇਹ ਸਾਰੀ ਫਿਊਚਰ ਦੇ ਇੱਕ ਤਰੀਕੇ ਨਾਲ ਡਿਪੈਂਡ ਕਰਦੀ ਹੈ ਸਾਰੀ ਗੱਲਾਂ। ਔਰ ਇਹ ਸੀਨ ਤਿਆਰ ਹੋ ਰਿਹਾ, ਹੁਣ ਜਾਖੜ ਸਾਹਿਬ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਉਹਨਾਂ ਬੈਠਣਗੇ ਤੇ ਲੋਕਾਂ ਦੇ ਵਿੱਚ ਕੀ ਮੈਸੇਜ ਜਾਏਗਾ ਕਿ ਕਦੀ ਇੱਕ ਦੂਜੇ ਦਾ ਵਿਰੋਧ ਕਰਦੇ ਸੀ, ਅੱਜ ਇਲੈਕਟੋਰਲ ਪੋਲਿਟਿਕਸ ਕਰਕੇ ਇੱਕ ਦੂਜੇ ਦੇ ਨਾਲ ਸਿਰ ਜੋੜ ਕੇ ਬੈਠੇ ਨੇ। SYL ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਔਰ ਜਾਖੜ ਉਹਨਾਂ ਕੀ ਕਹਿਣਗੇ, ਜਿਹੜੇ ਕਦੀ ਇੱਕ ਦੂਜੇ ਨੂੰ ਮਿਹਣੇ ਮਾਰਦੇ ਸੀਗੇ ਕਿ ਕਰਾ ਲਓ ਮੋਦੀ ਸਾਹਿਬ ਤੋਂ SYL ਮੁੱਦੇ ਦੇ ਉੱਤੇ ਕੋਈ ਫੈਸਲਾ, ਉਹ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਕਿੱਦਾਂ ਫੇਸ ਕਰਨਗੇ ਕਿ ਕਰਾਇਆ ਕੋਈ ਫੈਸਲਾ ਤੁਸੀਂ? ਚੰਡੀਗੜ੍ਹ ਪੰਜਾਬ ਨੂੰ ਦਵਾਤਾ ਜੇ ਤੁਸੀਂ ਅਲਾਈਅੰਸ ਕਰਨ ਚੱਲੇ ਹੋ। ਤੇ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਫਿਊਚਰ ਦੇ ਵਿੱਚ ਦੋਨੋਂ ਪਾਰਟੀਆਂ ਦੇ ਲੀਡਰਾਂ ਨੂੰ ਫੇਸ ਕਰਨੇ ਪੈਣਗੇ। ਹੁਣ ਸਿਰਫ ਸਿਰ ਜੋੜਨ ਨਾਲ ਗੱਲ ਨਹੀਂ ਬਣਦੀ, ਤੁਹਾਡੇ ਜੁੜੇ ਹੋਏ ਸਿਰ ਨੂੰ ਲੋਕ ਕਿੰਨਾ ਕੁ ਐਕਸੈਪਟ ਕਰ ਰਹੇ ਨੇ, ਗੱਲ ਤੇ ਉੱਥੇ ਖੜੀ ਹੈ। ਮਤਲਬ 75-25 ਵਾਲੇ ਦੋਸ਼ ਫਿਰ ਸਿੱਧੇ 100 ਚ ਬਦਲ ਜਾਣਗੇ। ਨੰਬਰ 1, ਸਾਂਝੇ ਸਿਵਲ ਕੋਡ ਦੇ ਉੱਤੇ ਜਦੋਂ ਬੀਜੇਪੀ ਲੀਕ ਖਿੱਚ ਕੇ ਸਟੈਂਡ ਲਊਗੀ ਤੇ ਉਦੋਂ ਪਹਿਲੇ ਸਟੈਂਡ ਤੋਂ ਅਕਾਲੀ ਦਲ ਸ਼ਿਫਟ ਹੁੰਦਾ ਨਜ਼ਰ ਆਊਗਾ ਜਾਂ ਘੁੰਡ ਕੱਢ ਕੇ ਬੋਲਿਆ ਕਰੂਗਾ। ਇਸ ਤੋਂ ਇਲਾਵਾ ਪੰਥਕ ਮੁੱਦਿਆਂ ਤੇ ਜੇ ਬੰਦੀ ਸਿੱਖ ਛੁਡਾ ਕੇ ਆਉਂਦੇ ਨੇ ਤਾਂ ਫਿਰ ਕੁਝ ਗੱਲ ਹੋਰ ਹੋਊਗੀ। ਲੇਕਿਨ ਜੇਕਰ ਇੰਜ ਹੀ ਸਮਝੌਤਾ ਹੁੰਦਾ ਹੈ ਤਾਂ ਨਰੋਲ ਸੱਤਾ ਦਾ ਸਮਝੌਤਾ ਮੰਨਿਆ ਜਾਊਗਾ। ਸਿੱਖ ਮਾਨਸਿਕਤਾ, ਪੰਜਾਬ ਦੇ ਲੋਕ ਕਿੰਨਾ ਸਪੋਰਟ ਕਰਨਗੇ? ਭਗਵੰਤ ਮਾਨ ਨੇ ਇੱਕ ਵੇਲੇ ਰਾਗ ਛੇੜਤਾ, ਉਹਨਾਂ ਦੇ ਪਾਠਕ ਸਾਹਿਬ ਨੇ, ਸੰਦੀਪ ਪਾਠਕ ਨੇ ਜਿਹੜੀ ਬੀਜੇਪੀ ਦੀ ਪੈੜ 'ਚ ਪੈਰ ਰੱਖਿਆ ਸੀ, ਇਧਰੋਂ ਇਹਨਾਂ ਲੀ ਪਾੜਤੀ। ਹੁਣ ਇਸ ਗੱਲ ਦਾ ਸਵਾਲ ਆ ਕਿ ਇਹ ਚੀਜ਼ਾਂ ਅਗਲੇ ਦੌਰ ਦੇ ਵਿੱਚ ਅਕਾਲੀ ਦਲ ਕਿਵੇਂ ਨਜਿੱਠੂਗਾ? ਕੀ ਸਥਿਤੀ ਅੱਗੇ ਨਾਲੋਂ ਵੀ ਬੁਰੀ ਤਾਂ ਨਹੀਂ, ਬਦਤਰ ਤਾਂ ਨਹੀਂ ਹੋ ਜਾਊਗੀ? ਜਾਂ ਸੱਤਾ ਲੈਣ ਲਈ ਕੀਤੇ ਗਏ ਸਮਝੌਤੇ ਸੱਤਾ ਦੇ ਰਾਹ 'ਚ ਰੋੜਾ ਬਣਨਗੇ ਜਾਂ ਸੱਤਾ ਦੇ ਦੇਣਗੇ, ਦਬਾ ਦੇਣਗੇ? 6 ਮਹੀਨੇ ਦੀ ਸੱਤਾ ਨੂੰ ਕੋਈ ਸੱਤਾ ਨਹੀਂ ਮੰਨਦਾ ਹੁੰਦਾ। ਇਹ ਸਵਾਲ ਕਾਫੀ ਅਹਿਮ ਰਹਿਣ ਵਾਲਾ। ਮੈਂ ਇੰਦਰਪ੍ਰੀਤ ਜੀ, ਅਸੀਂ ਬਿਲਕੁਲ ਭਵਿੱਖ ਮੁਖੀ ਸੋਚ ਰਹੇ ਹਾਂ, ਦੇਖਦੇ ਹਾਂ ਕੀ ਹੁੰਦਾ। ਅੱਜ ਅਕਾਲੀ ਦਲ ਦੀ ਕੋਰ ਕਮੇਟੀ ਬੈਠਣ ਤੋਂ ਬਾਅਦ ਕੀ ਕੋਈ ਅਨਾਉਂਸਮੈਂਟ ਆਉਂਦੀ ਹੈ ਵੀ ਅੱਜ ਕਿੰਨਾ ਮੁੱਦਿਆਂ ਤੇ ਗੱਲ ਹੋਈ? ਕੀ ਕੱਲ ਇਹਨਾਂ ਦੀ ਜਿਹੜੀ ਜਥੇਬੰਦਕ ਤੌਰ ਤੇ ਇੱਕ ਮੀਟਿੰਗ ਹੈ ਉਹਦੇ ਵਿੱਚੋਂ ਇੱਕ ਆਮ ਰਾਏ ਬਣਾਉਣ ਦਾ ਯਤਨ ਤਾਂ ਹੋ ਰਿਹਾ, ਪਰ ਆਪਣੇ ਆਪ ਨੂੰ ਛੋਟਾ ਕਰਕੇ ਆਪਣੇ ਹੀ ਖਿੱਤੇ ਵਿੱਚ ਛੋਟਾ ਹੁੰਦਿਆਂ ਕਿਹਨੂੰ ਚੰਗਾ ਲੱਗਦਾ ਹੈ? ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕਰਨਾ ਪਏਗਾ। ਇਹਦੇ ਵਿੱਚ ਭਗਵੰਤ ਮਾਨ ਦਾ ਆਉਣ ਵਾਲਾ ਟਵੀਟ ਵੀ ਦੇਖਿਆ ਜਾਏਗਾ, ਕਾਂਗਰਸ ਦੇ ਆਉਣ ਵਾਲੇ ਹਮਲੇ ਵੀ ਦੇਖੇ ਜਾਣਗੇ। ਕਿਉਂਕਿ ਜਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿੰਦੇ ਕਿ ਇਹ ਤਾਂ ਸੱਤਾ ਉੱਪਰਲੀ ਦੇ ਨਾਲ ਸਾਂਝ ਪਾ ਕੇ ਰੱਖ ਰਿਹਾ ਜੀ, ਇਹਨਾਂ ਨੇ ਤਾਂ Z+ ਸਿਕਿਉਰਿਟੀਆਂ ਲਈਆਂ ਨੇ, ਜਿੱਦਾਂ ਰਾਜੋਆਣਾ ਸਾਹਿਬ ਦੀ ਭੈਣ ਨੇ ਕਿਹਾ ਸੀਗਾ, ਔਰ ਇਧਰੋਂ ਵੀ ਕੁਝ ਬਿਆਨ ਆਏ ਸੀ। ਤੇ ਹੁਣ ਜਦੋਂ ਲੋਕ ਕਹਿਣਗੇ ਵੀ ਆਪਣੇ ਵਾਰੀ ਯਾਰੀ ਤੇ ਦੂਜਿਆਂ ਵਾਰੀ ਯਾਰੀ ਜਿਹੜੀ ਜ਼ਹਿਰ,
ਤਾਂ ਫਿਰ ਇਹ ਵੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਆਖਰੀ ਮੁੱਦਾ, ਅਸੀਂ ਹੁਣ ਜ਼ਿਆਦਾ ਲੰਬੀ ਗੱਲ ਨਹੀਂ ਲੈ ਕੇ ਜਾਣੀ, ਇੰਦਰਪ੍ਰੀਤ ਜੀ, ਕੱਲ ਮੁੱਖ ਮੰਤਰੀ ਨੇ ਜਦੋਂ ਇਹ ਬਿਆਨ ਦਿੱਤਾ ਕਿ ਇਹ ਬਹੁਤ ਕਲਚਰਲ ਦੇਸ਼ ਹੈ, ਅਸੀਂ ਇੱਕ ਗੁਲਦਸਤੇ ਵਾਂਗ ਹੈ, ਉਹ ਬੜਾ ਸਾਫ਼ ਸਟੈਂਡ ਲੈਂਦੇ ਨਜ਼ਰ ਆ ਰਹੇ ਸੀਗੇ। ਲੋਕਾਂ ਦਾ ਮੱਥਾ ਠਣਕ ਰਿਹਾ ਸੀ ਵੀ ਤੁਹਾਡੀ ਪਾਰਟੀ ਤਾਂ ਬੀਜੇਪੀ ਦੀ ਲਾਈਨ ਟੋ ਕਰ ਰਹੀ, ਤੁਸੀਂ ਉਸ ਲਾਈਨ ਤੋਂ ਬਿਲਕੁਲ ਵੱਖਰੇ ਜਾ ਰਹੇ ਹੋ। ਭਗਵੰਤ ਮਾਨ ਸਾਹਿਬ ਇੰਨੇ ਦਲੇਰ ਹੋ ਗਏ ਵੀ ਉਹ ਆਪਣੇ ਸੁਪਰੀਮੋ ਨੂੰ ਮੰਨਦੇ ਹੀ ਨਹੀਂ, ਜਾਂ ਸੁਪਰੀਮੋ ਨਾਲ ਸਮਝੌਤਾ ਜਿਹਾ ਕੀਤਾ ਹੋਇਆ, ਜਾਂ ਉਹਨਾਂ ਤੋਂ ਸਹਿਮਤੀ ਲੈ ਲਈ ਹੈ ਕਿ ਇਸ ਖਿੱਤੇ ਦੀ ਚੁਣਾਵੀ ਰਣਨੀਤੀ ਦੇ ਵਿੱਚ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ, ਸਾਨੂੰ ਇਹਦਾ ਵਿਰੋਧ ਕਰਨਾ ਪੈਣਾ। ਬਹੁਤ ਸਾਰੇ ਲੋਕਾਂ ਨੇ ਕੱਲ ਜਦੋਂ ਮੈਂ ਮੁੱਖ ਮੰਤਰੀ ਦੀ ਐਪਰੀਸੀਏਸ਼ਨ ਕੀਤੀ ਪ੍ਰੋਗਰਾਮ 'ਚ, ਤੇ ਬਹੁਤ ਸਾਰੇ ਲੋਕਾਂ ਨੇ ਸਵਾਲ ਖੜੇ ਕੀਤੇ ਵੀ ਐਵੇਂ ਕਾਹਤੋਂ ਇਹਨਾਂ ਦੀਆਂ ਸਿਫਤਾਂ ਕਰੀ ਜਾਂਦੇ ਹੋ, ਕਿਉਂਕਿ ਜਦੋਂ ਕੋਈ ਚੰਗਾ ਹੁੰਦਾ, ਜੇ ਸਿਫਤ ਨਹੀਂ ਕਰਾਂਗੇ, ਪੱਖਪਾਤੀ ਲੱਗਾਂਗੇ, ਤੇ ਉਹ ਲੋਕਾਂ ਦਾ ਇਹ ਮੰਨਣਾ ਸੀ ਵੀ ਇਹ ਸਭ ਗਿਣ ਮਿਣ ਕੇ ਹੋ ਰਿਹਾ, ਆਪਸ ਵਿੱਚ ਸਹਿਮਤੀ ਨਾਲ ਹੋ ਰਿਹਾ। ਪਰ ਜੇ ਸਹਿਮਤੀ ਨਾਲ ਹੋ ਰਿਹਾ ਤਾਂ ਅੱਜ ਤਾਂ ਪੰਜਾਬ ਦੀਆਂ ਸਾਰੀਆਂ ਨਿਊਜ਼ਪੇਪਰ ਭਰੀਆਂ ਹੋਣੀਆਂ ਚਾਹੀਦੀਆਂ ਸੀ, ਫਰੰਟ ਪੇਜ ਭਰੇ ਹੋਣੇ ਚਾਹੀਦੇ ਸੀ, ਅੰਗਰੇਜ਼ੀ ਦੀਆਂ ਵੱਡੀਆਂ, ਹਿੰਦੀ ਦੀਆਂ ਵੱਡੀਆਂ ਅਖਬਾਰਾਂ ਸਾਰੀਆਂ ਇਹ ਬੋਲਣੀਆਂ ਚਾਹੀਦੀਆਂ ਸੀ ਕਿ ਭਗਵੰਤ ਮਾਨ ਸਾਹਿਬ ਦਾ ਸਟੈਂਡ ਆ। ਸਾਰੇ ਟੀਵੀ ਚੈਨਲਾਂ ਤੇ ਬਹਿਸਾਂ ਚੱਲ ਰਹੀਆਂ ਹੋਣੀਆਂ ਚਾਹੀਦੀਆਂ ਸੀ, ਕੱਲ ਸ਼ਾਮ ਦੀ ਪ੍ਰਾਈਮ ਡਿਬੇਟ ਦੇ ਵਿੱਚ ਇਹ ਮੁੱਦੇ ਹੋਣੇ ਚਾਹੀਦੇ ਸੀ। ਕਿਉਂ ਨਹੀਂ ਹੋਏ? ਜਿਹੜੀ ਮੇਰੇ ਕੋਲ ਖਬਰ ਆ, ਇਸ ਖਬਰ ਨੂੰ ਦਬਾਉਣ ਲਈ ਯਤਨ ਹੁੰਦੇ ਰਹੇ, ਕਿ ਇਸ ਖਬਰ ਨੂੰ ਦਬਾਉਣ ਲਈ ਯਤਨ ਹੁੰਦੇ ਰਹੇ ਕਿ ਇਹ ਖਬਰ ਨਾ ਚਲਾਈ ਜਾਵੇ। ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਐਵੇਂ ਸਿੰਪਲ ਗੱਲ ਕੀਤੀ ਆ, ਉਹਨਾਂ ਦਾ ਮਤਲਬ ਇਹ ਨਹੀਂ ਸੀਗਾ। ਇਸ ਖਬਰ ਪ੍ਰਮੁਖਤਾ ਨਾਲ ਪਾਰਟੀ ਲਾਈਨ ਤੋਂ ਵੱਖਰੀ ਲਾਈਨ ਦਿਸੇ ਨਾ, ਇਹਨੂੰ ਰੋਕਣ ਲਈ ਯਤਨ ਤਾਂ ਨਹੀਂ ਕੀਤੇ ਗਏ ਕਿਤੇ? ਮੈਂ ਇਹ ਸਵਾਲ ਕਰ ਰਿਹਾ। ਰੰਧਾਵਾ, ਦੇਖੋ, ਜੇ ਮੈਂ ਅੱਜ ਸਾਰੀਆਂ ਅਖਬਾਰਾਂ ਜਿੰਨੀਆਂ ਕਿ ਮੈਂ ਦੇਖੀਆਂ ਹੁਣ ਸਵੇਰੇ ਸਵੇਰੇ, ਜਿੰਨੀਆਂ ਕਿ ਆਪਾਂ ਦੇਖ ਪਾਉਂਦੇ ਹਾਂ, ਉਹਨਾਂ 'ਚ ਮੈਨੂੰ ਕੋਈ ਇਸ ਤਰ੍ਹਾਂ ਦਾ ਇੱਕ ਅੱਧ ਅਖਬਾਰ ਹੀ ਲੱਗਿਆ, ਸ਼ਾਇਦ ਇੰਡੀਅਨ ਐਕਸਪ੍ਰੈਸ ਨੇ ਮੇਰੇ ਖਿਆਲ ਸ਼ਾਇਦ ਫਰੰਟ ਪੇਜ ਤੇ ਇਹਨੂੰ ਲਿੱਤਾ। ਬਾਕੀ ਤਾਂ ਮੈਨੂੰ ਕਿਸੇ ਤੋਂ ਕੋਈ ਨਜ਼ਰ ਨਹੀਂ ਆ ਰਿਹਾ ਕਿ ਕਿਸੇ ਨੇ ਕੋਈ ਇਹਨੂੰ ਬਹੁਤ ਹੀ ਪ੍ਰਮੁਖਤਾ ਦਿੱਤੀ ਹੋਵੇ। ਹਾਲਾਂਕਿ ਜਿਸ ਤਰ੍ਹਾਂ UCC ਦਾ ਜਿਹੜਾ ਇਸ਼ੂ ਹੈ ਉਹ ਦੇਸ਼ ਭਰ ਦੇ ਵਿੱਚ ਬਹੁਤ ਹੌਟ ਹੈ ਇਸ ਟਾਈਮ, ਔਰ ਪੂਰੀਆਂ ਲਕੀਰਾਂ ਖਿੱਚੀਆਂ ਜਾ ਰਹੀਆਂ ਨੇ, ਜਾਂ ਤਾਂ ਬੰਦੇ ਉਹਦੇ ਹੱਕ 'ਚ ਨੇ ਜਾਂ ਉਹਦੇ ਵਿਰੋਧ 'ਚ ਨੇ। ਤਾਂ ਉਸ ਮਾਮਲੇ ਨੂੰ ਲੈ ਕੇ ਜੇ ਮੈਨੂੰ ਲੱਗਦਾ, ਮੈਂ ਜੇ ਸਪੋਜ਼ ਕਰੋ ਮੈਨੂੰ ਲੱਗਦਾ ਕਿ ਇਹ ਖਬਰ ਇਸ ਤਰ੍ਹਾਂ ਦੀ ਹੈ, ਤਾਂ ਮੈਂ ਸ਼ਾਇਦ ਇਹਨੂੰ ਪ੍ਰਮੁਖਤਾ ਨਾਲ ਪਹਿਲੇ ਪੰਨੇ ਤੇ ਛਾਪਦਾ ਔਰ ਵੱਡੀ ਕਰਕੇ ਛਾਪਦਾ, ਕਿਉਂਕਿ ਮੁੱਖ ਮੰਤਰੀ ਦਾ ਸਟੈਂਡ ਵਾਕਈ ਬਿਲਕੁਲ ਡਿਫਰੈਂਟ ਸੀ ਆਪਣੀ ਪਾਰਟੀ ਲਾਈਨ ਤੋਂ ਹਟ। ਦੂਜੀ ਗੱਲ, ਕਿਤੇ ਇਹ ਵੀ ਬਾਹਰ ਗੱਲ ਆਉਂਦੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਵਾਟਰ ਟੈਸਟਿੰਗ ਹੋ ਰਹੀ ਹੋਵੇ, ਕਿ ਪਹਿਲਾਂ ਸੰਦੀਪ ਪਾਠਕ ਹੋਰਾਂ ਨੇ ਜੋ ਬਿਆਨ ਦਿੱਤਾ ਉਹ ਉਹਨਾਂ ਨੇ ਨੈਸ਼ਨਲ ਪੋਲਿਟਿਕਸ ਨੂੰ ਮੱਦੇਨਜ਼ਰ ਰੱਖ ਕੇ ਦਿੱਤਾ। ਤੁਸੀਂ ਅਗਰ ਉਹਨਾਂ ਦਾ ਉਹ ਬਿਆਨ ਦੇਖੋ, ਉਸ ਤੋਂ ਬਾਅਦ ਇੰਟਰਨੈਟ ਮੀਡੀਆ ਤੇ ਫਿਰ ਜਿਹੜੇ ਉਹਦੇ ਥੱਲੇ ਮਤਲਬ ਬੰਬਾਰਟਮੈਂਟ ਹੁੰਦੀ ਹੈ, ਜੇ ਤੁਸੀਂ ਉਹਨੂੰ ਦੇਖੋ ਤਾਂ ਉਹ ਬਹੁਤ ਜ਼ਿਆਦਾ ਸੀ। ਤੇ ਉਹਨੂੰ ਇਹ ਲੱਗਿਆ ਵੀ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਇਹ ਬਿਆਨ ਕਿਵੇਂ ਦੇ ਸਕਦਾ, ਜਦਕਿ ਪੰਜਾਬ 'ਚ ਵੀ ਇੱਕ ਵੱਡੀ ਮਾਈਨੋਰਿਟੀ ਬੈਠੀ ਹੈ। ਤੇ ਅਕਾਲੀ ਦਲ ਨੇ ਵੀ ਇਹਦੇ ਉੱਤੇ ਜਦੋਂ ਮੁੱਖ ਮੰਤਰੀ ਨੇ ਬਿਆਨ ਦਿੱਤਾ, ਬਿਲਕੁਲ ਉਲਟਾ, ਬਿਲਕੁਲ ਤੁਸੀਂ ਦੇਖੋ ਉਸ ਤੋਂ ਉਲਟਾ ਸੀ। ਸਿਰਫ ਇੱਕ ਗੱਲ ਸੇਮ ਸੀ ਵੀ ਸਾਰਿਆਂ ਨੂੰ ਬੈਠ ਕੇ ਮਤਲਬ ਚਰਚਾ ਕਰ ਲੈਣੀ ਚਾਹੀਦੀ। ਉਹਨਾਂ ਨੇ ਵੀ ਕਿਹਾ ਵੀ ਚਰਚਾ ਕਰਨੀ ਚਾਹੀਦੀ ਹੈ, ਅਸੀਂ ਪ੍ਰਿੰਸੀਪਲੀ ਸਹਿਮਤ ਹਾਂ। ਇਹਨਾਂ ਨੇ ਕਿਹਾ ਵੀ ਅਸੀਂ ਤਾਂ ਸੈਕੂਲਰ ਆ, ਤੇ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੈ ਉਹ ਹਮੇਸ਼ਾ ਇਲੈਕਸ਼ਨਾਂ ਤੋਂ ਪਹਿਲਾਂ ਹੀ ਬੀਜੇਪੀ ਕਿਉਂ ਬਾਹਰ ਕੱਢ ਲੈਂਦੀ ਹੈ। ਸੋ ਡਿਫਰੈਂਸ ਆਫ ਓਪੀਨੀਅਨ ਤਾਂ ਸਾਫ਼ ਨਜ਼ਰ ਆ ਹੀ ਰਿਹਾ ਸੀ, ਪਰ ਉਹ ਅਖਬਾਰਾਂ 'ਚ ਮੈਨੂੰ ਨਜ਼ਰ ਨਹੀਂ ਆਇਆ। ਤੇ ਕਿਤੇ ਨਾ ਕਿਤੇ ਹੋ ਸਕਦਾ ਕਿ ਪਾਰਟੀ ਨੇ ਇਸ ਦੇ ਗੱਲ ਦੇ ਉੱਤੇ ਲਿਆ ਹੋਵੇ ਵੀ ਹਜੇ ਇਸ ਤੇ ਸੋਚਣ ਦੀ ਲੋੜ ਹੈ, ਹਜੇ ਇੰਨੀ ਜ਼ਿਆਦਾ ਗੱਲ ਅੱਗੇ ਨਹੀਂ ਵਧਾਉਣੀ ਚਾਹੀਦੀ। ਤਾਂ ਮੈਨੂੰ ਲੱਗਦਾ ਕਿ ਵਿੱਚ ਬਚਾਓ ਵਾਲੀ ਇੱਕ ਯੋਜਨਾ ਜੀ ਹੁੰਦੀ ਹੈ ਨਾ, ਉਸ ਤੇ ਕੰਮ ਕੀਤਾ ਜਾ ਰਿਹਾ ਹੈ, ਜ਼ਿਆਦਾ ਪ੍ਰਮੁਖਤਾ ਨਹੀਂ ਦਿੱਤੀ ਅਖਬਾਰਾਂ ਨੇ। ਇਹ ਵੀ ਇਸ ਦਾ ਸਵਾਲ ਹੈਗਾ। ਭਾਸਕਰ ਸਾਹਿਬ, ਹੁਣ ਮੇਰਾ ਸਵਾਲ ਬੜਾ ਸਿੱਧਾ, ਸਾਫ਼ ਤੇ ਤਿੱਖਾ ਹੈ। ਤਿੱਖਾ ਇਸ ਕਰਕੇ ਕਿ ਕੱਲ ਭਗਵੰਤ ਮਾਨ ਨੇ ਗਰਾਊਂਡ ਰਿਐਲਿਟੀਜ਼ ਨੂੰ ਭਾਂਪਦਿਆਂ ਪੰਜਾਬ 'ਚ ਪੋਲਿਟਿਕਸ ਕਰਨ ਦੇ ਨਜ਼ਰੀਏ ਤੋਂ, ਸਿੱਖ ਬਹੁ ਗਿਣਤੀ ਖਿੱਤੇ ਦੇ ਨਜ਼ਰੀਏ ਤੋਂ ਸਪਸ਼ਟ ਸਟੈਂਡ ਲੈ ਲਿਆ। ਉਹਨਾਂ ਨੂੰ ਪਤਾ ਕਿ ਗਾਂ ਇਲੈਕਸ਼ਨ ਆ ਰਹੀ ਹੈ, ਮਰਾਂਗੇ। ਅਗਰ ਅਸੀਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਦੁਬਦਾ ਰੱਖਦੇ ਹਾਂ ਤਾਂ ਲੋਕ ਸਾਨੂੰ ਬੀ ਟੀਮ ਕਹਿਣਗੇ, ਸਾਨੂੰ ਕਹਿਣਗੇ ਕਿ ਤੁਸੀਂ ਰਾਜਨੀਤੀ ਜਿਹੜੀ ਆ ਉਹ ਵੱਖਰੀ ਤਰ੍ਹਾਂ ਦੀ ਨਹੀਂ ਕਰ ਰਹੇ, ਤੁਸੀਂ ਰਾਜਨੀਤੀ ਸੱਤਾ ਦੀ ਕਰ ਰਹੇ ਹੋ। ਸਵਾਲ ਇਸ ਗੱਲ ਦਾ ਹੈ ਕਿ ਭਗਵੰਤ ਮਾਨ ਨੇ ਕੀ ਆਪਣੀ ਪਾਰਟੀ ਦੇ ਸਹਿਮਤੀ ਤੋਂ ਬਿਨਾਂ ਸਟੈਂਡ ਲਿਆ? ਜੇ ਉਹਨਾਂ ਸਟੈਂਡ ਲਿਆ ਤਾਂ ਇਸ ਸਟੈਂਡ ਨੂੰ ਮੈਂ ਮੰਨਦਾ ਹਾਂ ਕਿ ਇਹ ਉਹਨਾਂ ਦਾ ਇੱਕ ਬਹੁਤ ਤਰੁੱਪ ਦਾ ਇੱਕਾ ਹੈ, ਔਰ ਉਹ ਸ਼ਾਇਦ ਜ਼ਿਆਦਾ ਪਰਵਾਨੇ ਵੀ ਜਾਣ, ਕਿਉਂਕਿ ਪੰਜਾਬ ਦਾ ਸੁਭਾਅ ਇਹੀ ਹੈ। ਜੇਕਰ ਇਹ ਟਕਰਾ, ਜਿੰਨਾ ਚਿਰ ਭਗਵੰਤ ਮਾਨ ਬਾਰੇ ਇਹ ਗੱਲ ਚੱਲਦੀ ਰਹੀ ਕਿ ਉਹ ਕੇਜਰੀਵਾਲ ਸਾਹਿਬ ਨਾਲ ਸੱਤਾ ਦਾ ਵੀ ਇੱਕ ਟਕਰਾਇਆ ਜੀ, ਇੱਥੇ
ਰਾਘਵ ਚੱਡਾ ਡੋਮੀਨੇਟ ਕਰ ਰਹੇ ਆ, ਭਗਵੰਤ ਮਾਨ ਵਿਚਾਰੇ ਜੇ ਲੱਗ ਰਹੇ ਸੀ, ਉਹਨਾਂ ਨੂੰ ਸਮਰਥਨ ਮਿਲ ਰਿਹਾ ਸੀ। ਜਦੋਂ ਉਹ ਬਹੁਤ ਜ਼ਿਆਦਾ ਇੰਜ ਲੱਗਦਾ ਹੈ ਕਿ ਉਹ ਹੱਥ ਠੋਕ ਕੇ ਬਣੇ ਹੋਏ ਆ, ਫਿਰ ਉਹਨਾਂ ਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਜਿਹੜੀ ਕੱਲ ਲਾਈਨ ਲਈ ਗਈ ਆ, ਜੇ ਤਾਂ ਭਗਵੰਤ ਮਾਨ ਜਾਂ ਉਹਨਾਂ ਦੇ ਕਿਸੇ ਸਲਾਹਕਾਰ ਨੇ ਕਿਹਾ ਵੀ ਆਹ ਚੁੱਪ ਚਪੀਤੇ ਵਿੱਚ ਮਾਰੋ ਛੱਕਾ, ਵੇਖੋ ਸਹੀ, ਉਸ ਤੋਂ ਬਾਅਦ ਜੇ ਪਾਰਟੀ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਅੱਗੇ ਵਧਣ ਤੋਂ ਰੋਕਣ ਲਈ ਜੁਗਾੜ ਕਰਦੀ ਰਹੀ ਹੈ, ਜੇ ਕਰਦੀ ਰਹੀ, ਮੈਂ ਨਹੀਂ ਕਹਿੰਦਾ ਕਰਦੀ ਰਹੀ, ਜੇ ਕਰਦੀ ਰਹੀ ਆ ਅੱਜ ਤਾਂ ਕਰਕੇ ਨਹੀਂ ਪ੍ਰਮੁੱਖਤਾ ਮਿਲੀ, ਤਾਂ ਫਿਰ ਇਹ ਸਵਾਲ ਆ ਕਿ ਭਗਵੰਤ ਮਾਨ ਤੇ ਪਾਰਟੀ ਲਾਈਨ ਦੇ ਵਿਚਲਾ ਜਿਹੜਾ ਟਕਰਾਅ ਆ, ਇਹ ਅਗਲੇ ਦਿਨਾਂ 'ਚ ਕਿਸ ਦਿਸ਼ਾ 'ਚ ਜਾਊਗਾ। ਪਰ ਵੀ ਕੁਤਰੇ ਜਾ ਸਕਦੇ ਆ, ਪਰ ਜੇ ਕਦੇ ਲੀਕ ਖਿੱਚਣ ਦੀ ਵਾਰੀ ਆਈ ਤਾਂ 92 ਤੋਂ 110 ਸੀਟਾਂ ਤੇ ਵੀ ਜਾਇਆ ਜਾ ਸਕਦਾ ਹੁੰਦਾ। ਪੰਜਾਬ ਦਾ ਇਸ ਤਰ੍ਹਾਂ ਦਾ ਸੁਭਾਅ ਹੈ। ਮੈਂ ਭਾਸਕਰ ਸਾਹਿਬ ਟਿੱਪਣੀ ਚਾਹੂੰਗਾ ਤੁਹਾਡੀ। ਦੇਖੋ, ਜੋ ਵਿਅਕਤੀ ਜਿਸ ਪ੍ਰਦੇਸ਼ ਦੇ ਵਿੱਚ ਆਪਣੀ ਰਾਜਨੀਤੀ ਕਰ ਰਿਹਾ ਹੈ, ਯੂਸੀਸੀ ਦੇ ਉੱਤੇ ਘੱਟ ਤੋਂ ਘੱਟ ਉਹਦਾ ਬਿਆਨ ਉਸ ਤਰੀਕੇ ਦਾ ਹੀ ਹੁੰਦਾ ਹੈ। ਹੁਣ ਜਿੱਦਾਂ ਸੰਦੀਪ ਪਾਠਕ ਉਹਨਾਂ ਨੇ ਕੀ ਬਿਆਨ ਦਿੱਤਾ ਸੀਗਾ, ਉਹਨਾਂ ਨੇ ਕਿਹਾ ਸੀ ਇਨ ਪ੍ਰਿੰਸੀਪਲ ਅਸੀਂ ਯੂਸੀਸੀ ਦੇ ਪੱਖੀ ਸਾਂ, ਪਰ ਫਿਰ ਵੀ ਸਾਰੇ ਸਟੇਕ ਹੋਲਡਰਸ ਦੇ ਨਾਲ ਗੱਲ ਕਰਕੇ ਇਹਦੇ ਉੱਤੇ ਕੋਈ ਅੰਤਿਮ ਫੈਸਲਾ ਲੈਣਾ ਚਾਹੀਦਾ ਹੈ। ਅਕਾਲੀ ਦਲ ਨੇ ਯੂਸੀਸੀ ਦਾ ਵਿਰੋਧ ਕੀਤਾ ਸੀਗਾ, ਔਰ ਅੱਜ ਉਸ ਅਕਾਲੀ ਦਲ ਦੀ ਅਲਾਇੰਸ ਦੀ ਗੱਲਾਂ ਬੀਜੇਪੀ ਦੇ ਨਾਲ ਅਸੀਂ ਕਰਕੇ ਹਟੇ ਹਾਂ ਜਾਂ ਚੱਲ ਰਹੀਆਂ। ਹੁਣ ਭਗਵੰਤ ਮਾਨ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਪੂਰੇ ਦੇਸ਼ ਦੇ ਵਿੱਚ ਵੱਖਰੇ ਵੱਖਰੇ ਫੁੱਲ ਨੇ, ਉਹ ਡਿਫਰੈਂਟ ਕਲਰ ਦੇ ਫੁੱਲ ਨੂੰ ਤੁਸੀਂ ਇੱਕੋ ਕਲਰ ਦਾ ਕੋਈ ਗੁਲਦਸਤਾ ਬਣਾਓਗੇ ਤੇ ਕਿੰਨਾ ਕੁ ਫਾਇਦਾ ਹੋਏਗਾ। ਔਰ ਯੂਸੀਸੀ ਦੇ ਮੁੱਦੇ ਦੇ ਉੱਤੇ ਉਹਨਾਂ ਦਾ ਵਿਰੋਧ ਨਜ਼ਰ ਆਇਆ। ਹਾਲਾਂਕਿ ਉਸ ਵਿਰੋਧ ਦਾ ਹਜੇ ਕੋਈ ਬਹੁਤਾ ਮਤਲਬ ਨਹੀਂ ਬਣਦਾ। ਉਹਦਾ ਕਾਰਨ ਹੈ ਕਿਉਂਕਿ ਯੂਸੀਸੀ ਦਾ ਮੁੱਦਾ ਹਜੇ ਬੀਜੇਪੀ ਨੇ ਥੈਲੇ ਚੋਂ ਕੱਢ ਕੇ ਦਿਖਾਇਆ ਹੀ ਹੈ ਤੇ ਅਗਲੀ ਪਾਰਟੀਆਂ ਦੇ ਵਿੱਚ ਖਲਾਰਾ ਪੈ ਗਿਆ, ਕਿਉਂਕਿ ਯੂਸੀਸੀ ਦੇ ਬਾਰੇ 'ਚ ਕੁਝ ਨਹੀਂ ਪਤਾ ਕਿਸੇ ਨੂੰ। ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਨੂੰ ਪੁੱਛ ਕੇ ਦੇਖ ਲਓ ਕਿ ਯੂਸੀਸੀ ਤੋਂ ਬਾਅਦ ਸਿੱਖਾਂ ਦੇ ਉੱਤੇ ਕੀ ਇੰਪੈਕਟ ਪਏਗਾ। ਆਨੰਦ ਮੈਰਿਜ ਐਕਟ ਦੇ ਹਿਸਾਬ ਨਾਲ ਸ਼ਾਦੀ ਨਹੀਂ ਮੰਨੀ ਜਾਏਗੀ। ਇਸ ਮੁੱਦੇ ਦੇ ਉੱਤੇ ਕਿਸੇ ਵੀ ਲੀਡਰ ਨੂੰ ਕੁਝ ਨਹੀਂ ਪਤਾ, ਕਿਉਂਕਿ ਮੈਂ ਬਹੁਤ ਸਾਰੇ ਲੀਡਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਨੇ ਹਜੇ ਤੇ ਡਰਾਫਟ ਹੀ ਨਹੀਂ ਆਇਆ। ਹੁਣ ਫੁਲਕਾ ਸਾਹਿਬ ਨੇ 3-4 ਦਿਨ ਪਹਿਲੇ ਇਹ ਬਿਆਨ ਦਿੱਤਾ ਸੀ ਵੀ ਡਰਾਫਟ ਤੇ ਦਿਖਾਓ ਯੂਸੀਸੀ ਹੈ ਕੀ। ਤੁਸੀਂ ਥੈਲੇ ਤੋਂ ਬਾਹਰ ਕੱਢ ਕੇ ਯੂਸੀਸੀ ਸ਼ਬਦ ਦਿਖਾਤਾ ਔਰ ਪੂਰੇ ਦੇਸ਼ ਦੇ ਵਿੱਚ ਗਾਹ ਪੈ ਗਿਆ। ਸਭ ਤੋਂ ਜ਼ਿਆਦਾ ਇਫੈਕਟ ਇਹਦਾ ਪੈਣਾ ਹੈ 7 ਸਿਸਟਰ ਸਟੇਟਸ ਜਿਹੜੀ ਨਾਰਥ ਈਸਟ ਹੈ, ਉਹਦੇ ਵਿੱਚ ਜਿੰਨੇ ਕੁ ਕਬੀਲੇ ਹੈਗੇ ਆ, ਜਿੰਨੀ ਕੁ ਜਾਤੀਆਂ ਹੈਗੀਆਂ, ਸਭ ਤੋਂ ਜ਼ਿਆਦਾ ਫਰਕ ਹੀ ਉੱਤੇ ਪੈਣਾ ਹੈ। ਔਰ ਸਿੱਖਾਂ ਦੇ ਉੱਤੇ ਯੂਸੀਸੀ ਦਾ ਕਿੰਨਾ ਕੁ ਫਰਕ ਪੈਂਦਾ ਹੈ ਇਹ ਪਤਾ ਹੀ ਨਹੀਂ, ਕਿਉਂਕਿ ਸਿਰਫ ਮੈਰਿਜ ਤੋਂ ਇਲਾਵਾ ਸਾਡਾ ਮਰਨਾ ਜੀਣਾ ਸਾਰੀ ਚੀਜ਼ਾਂ ਸੇਮ ਰਿਚੁਅਲ ਦੇ ਹਿਸਾਬ ਨਾਲ ਹੁੰਦੀ ਹੈ, ਔਰ ਇੱਕ ਸਿਰਫ ਸ਼ਾਦੀ ਨੂੰ ਛੱਡਦੀ ਹੈ। ਉਹ ਸ਼ਾਦੀ ਨੂੰ ਜਦ ਯੂਸੀਸੀ ਦੇ ਬਾਰੇ 'ਚ ਕੋਈ ਰਿਐਕਸ਼ਨ ਮੰਗਿਆ ਜਾਂਦਾ ਕਿਸੇ ਤੋਂ, ਉਹ ਕਹਿੰਦੇ ਨਹੀਂ ਇਹ ਰੀਤੀ ਰਿਵਾਜ ਨੇ, ਇਹਦੇ ਉੱਤੇ ਕੋਈ ਬਹੁਤ ਫਰਕ ਨਹੀਂ ਪਏਗਾ। ਫਰਕ ਪਏਗਾ ਕਿਸ ਗੱਲ ਦੇ ਉੱਤੇ? ਅੱਜ ਦੀ ਡੇਟ ਵਿੱਚ ਕੋਈ ਪੋਲੀਟੀਕਲ ਪਾਰਟੀ ਅਗਰ ਯੂਸੀਸੀ ਦੀ ਸਪੋਰਟ ਕਰਦੀ ਹੈ ਤੇ ਉਹਦੇ ਉੱਤੇ ਇੱਕ ਠੱਪਾ ਲੱਗ ਜਾਂਦਾ ਹੈ ਐਂਟੀ ਮੁਸਲਿਮ। ਔਰ ਜਿਹੜੀ ਪਾਰਟੀ ਮੁਸਲਿਮ ਵੋਟ ਨੂੰ ਦੇਖ ਰਹੀ ਹੈ ਉਹ ਕਦੀ ਵੀ ਯੂਸੀਸੀ ਨੂੰ ਸਪੋਰਟ ਨਹੀਂ ਕਰੇਗੀ। ਉਹ ਹਜੇ ਤੇ ਬੜਾ ਬ੍ਰੌਡ ਜਿਹਾ ਮਾਈਂਡ ਹੈ ਭਗਵੰਤ ਮਾਨ। ਉਹਨਾਂ ਨੇ ਕੱਲ ਭਾਵੇਂ ਸਟੈਂਡ ਲਿਆ ਔਰ ਉਸ ਸਟੈਂਡ ਦੇ ਬਾਰੇ 'ਚ ਕੋਈ ਬਹੁਤੀ ਖਬਰਾਂ ਨਹੀਂ ਛਪੀ। ਇਹ ਸਟੈਂਡ ਹੈਗਾ ਵੀ ਕਿ ਉਹ ਕੇਜਰੀਵਾਲ ਉਹਨਾਂ ਦੇ ਯਾਨੀ ਆਪਣੇ ਸੁਪਰੀਮੋ ਦੇ ਲਿੱਤੇ ਹੋਏ ਸਟੈਂਡ ਦੇ ਖਿਲਾਫ ਜਾ ਸਕਦੇ ਨੇ। ਹਾਂ, ਮਾੜੀ ਜੀ ਗੱਲਾਂ ਕਈ ਵਾਰ ਆਵੇਸ਼ ਵਿੱਚ ਆ ਕੇ ਵੀ ਭਗਵੰਤ ਮਾਨ ਉਹਨਾਂ ਕੁਝ ਗੱਲਾਂ ਕਰ ਦਿੰਦੇ ਨੇ, ਔਰ ਬਾਅਦ ਚੋਂ ਜਦ ਉਹਨਾਂ ਦੀ ਪਾਰਟੀ ਨੂੰ ਪਤਾ ਲੱਗਦਾ ਹੈ ਕਿ ਯਾਰ ਇਹ ਸਾਡੀ ਲਾਈਨ ਤੋਂ ਅਲੱਗ ਚਲੀ ਗਈ ਗੱਲ, ਤਾਂ ਹੀ ਫਿਰ ਖਬਰਾਂ ਰੁਕਾਉਣ ਦੀ ਨੌਬਤ ਆਉਂਦੀ ਹੈ। ਔਰ ਜੋ ਕੰਮ ਕੱਲ ਹੋਇਆ। ਇੰਦਰਪ੍ਰੀਤ ਜੀ, ਆਖਰੀ ਟਿੱਪਣੀ। ਭਗਵੰਤ ਮਾਨ ਸਾਹਿਬ ਜਦੋਂ ਦੇ ਪੋਲਿਟਿਕਸ ਵਿੱਚ ਆਏ ਆ, ਮੈਂ ਉਹਨਾਂ ਦੀ ਜੇ ਬਰੀਕੀ ਨਾਲ ਸਾਰੀ ਉਹ ਟਰੈਕ ਰਿਕਾਰਡ ਨੂੰ ਦੇਖਾਂ, ਉਹਨਾਂ ਦੀ ਵਰਕਿੰਗ ਸਟਾਈਲ ਨੂੰ ਦੇਖਾਂ, ਤੇ ਉਹ ਕਦੀ ਕਦੀ ਚੁੱਪ ਵੱਟ ਜਾਂਦੇ ਆ ਤੇ ਕਦੀ ਕਦੀ ਵਿਰੋਧ ਵੀ ਕਰ ਜਾਂਦੇ। ਔਰ ਜਿਹੜਾ ਵਿਰੋਧ ਕਰਦੇ ਆ ਉਹ ਵੀ ਇਸ ਤਰੀਕੇ ਨਾਲ ਕਰਦੇ ਆ ਕਿ ਵਿਰੋਧ ਲੱਗਦਾ ਨਹੀਂ, ਪਰ ਜਿਹਦਾ ਕਰ ਰਹੇ ਹੁੰਦੇ ਉਹਨੂੰ ਪਤਾ ਲੱਗ ਜਾਂਦਾ ਪਾਰਟੀ ਦੇ ਵਿੱਚ। ਸੋ ਇਸ ਅਹੁਦੇ ਤੱਕ ਆਉਣ ਲਈ ਭਗਵੰਤ ਮਾਨ ਨੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਕਈ ਸਟੈਂਡ ਲਏ ਆ। ਚੁੱਪ ਕਰ ਜਾਣਾ, ਦੜ ਵੱਟ ਜਾਣਾ, ਅਲੋਪ ਹੋ ਜਾਣਾ, ਵਿਰੋਧ ਕਰ ਜਾਣਾ, ਸਾਰੀਆਂ ਚੀਜ਼ਾਂ ਦੇ ਚੱਲਦੇ ਆ, ਲੇਕਿਨ ਬੈਲੈਂਸ ਕਦੇ ਨਹੀਂ, ਸੰਤੁਲਨ ਨਹੀਂ ਵਿਗਾੜਿਆ ਵੀ ਗੱਲ ਇੰਨੀ ਨਾ ਗਾਂਹ ਵੱਧ ਜੇ ਕਿ ਵਾਪਸ ਨਾ ਹੋਇਆ ਜਾਵੇ। ਕਈ ਵਾਰੀ ਤਾਕਤਾਂ ਨੂੰ ਹੋਰ ਜ਼ਿਆਦਾ ਕੇਂਦਰਿਤ ਕਰਨ ਲਈ ਆਪਣੇ ਉੱਤੇ ਕਿਸੇ ਮੁੱਦੇ ਦੇ ਉੱਤੇ ਡਿਫਰੈਂਸਸ ਦਿਖਾ ਕੇ ਤੁਸੀਂ ਹੋਰ ਤਾਕਤਵਰ ਵੀ ਹੋ ਜਾਂਦੇ ਹੋ। ਤੋਰਿਓ ਗੱਲ, ਕਿਉਂਕਿ ਕੇਜਰੀਵਾਲ ਸਾਹਿਬ ਜਦੋਂ ਪੂਰੇ ਦੇਸ਼ ਦੇ ਵਿੱਚ ਭਗਵੰਤ ਮਾਨ ਨੂੰ ਲੈ ਕੇ ਜਾਂਦੇ ਆ ਤੇ ਕੇਜਰੀਵਾਲ ਨਾਲੋਂ ਸਪੀਚ ਭਗਵੰਤ ਮਾਨ ਦੀ ਜ਼ਿਆਦਾ ਸਟ੍ਰੀਕ ਹੁੰਦੀ ਆ, ਅਸਰ ਜ਼ਿਆਦਾ ਕਰ ਰਹੀ ਹੁੰਦੀ ਆ। ਇਹੀ ਮਾਮਲਾ ਮਨਪ੍ਰੀਤ ਬਾਦਲ ਨਾਲ ਵੀ ਵਾਪਰਿਆ ਸੀ। ਮਨਪ੍ਰੀਤ ਬਾਦਲ ਦੀਆਂ ਰੈਲੀਆਂ ਬੜੀਆਂ ਜ਼ਬਰਦਸਤ ਹੁੰਦੀਆਂ ਸੀ, ਪਰ ਮੇਲਾ ਲੁੱਟ ਕੇ ਭਗਵੰਤ ਮਾਨ ਖੜਦੇ ਹੁੰਦੇ ਸੀ। ਸੋ ਭਗਵੰਤ ਮਾਨ ਪੂਰੇ ਦੇਸ਼ ਵਿੱਚ ਪ੍ਰਵਾਨਿਤ ਹੋਏ ਨੇ ਔਰ ਕੇਜਰੀਵਾਲ ਕਰਕੇ ਹੋਏ ਨੇ, ਪਰ ਜਦੋਂ ਕੋਈ ਪ੍ਰਵਾਨਿਤ ਹੁੰਦਾ, ਵੱਡਾ ਬਣਦਾ ਜਾਂਦਾ ਹੈ, ਤਾਂ ਫਿਰ ਵਾਜਪਾਈ ਸਾਹਿਬ ਤੇ ਮੋਦੀ ਸਾਹਿਬ ਦੇ ਰਿਸ਼ਤਿਆਂ ਨੂੰ ਤੁਸੀਂ ਜਿੱਦਾਂ ਮਰਜ਼ੀ ਦੇਖ ਲਓ, ਅੱਜ ਦੇ ਦਿਨ 'ਚ ਕਾਮਯਾਬੀ ਦੇ ਉਹ ਦੌਰ ਨੂੰ ਦੇਖ ਲਓ,
ਤੁਸੀਂ ਅਡਵਾਨੀ ਸਾਹਿਬ ਦਾ ਮੋਦੀ ਸਾਹਿਬ ਨੂੰ ਅੱਗੇ ਵਧਾਉਣਾ ਤੇ ਬਾਅਦ ਦੇ ਵਿੱਚ ਅਡਵਾਨੀ ਸਾਹਿਬ ਦਾ ਮਾਰਕ ਦਰਸ਼ਕ ਮੰਡਲ 'ਚ ਪਹੁੰਚ ਜਾਣਾ। ਸੋ ਭਗਵੰਤ ਮਾਨ ਦੀ ਰਣਨੀਤੀ ਤੇ ਰਾਜਨੀਤੀ ਇਹਨੂੰ ਵਖਰਾ ਕੇ ਨਹੀਂ ਵੇਖ ਸਕਦੇ ਤੁਸੀਂ। ਵੱਖਰੀ ਗੱਲ ਹੈ ਕਿ 2 ਕਦਮ ਅੱਗੇ ਤੇ 1 ਕਦਮ ਪਿੱਛੇ, ਜਾਂ 4 ਕਦਮ ਅੱਗੇ ਤੇ 2 ਕਦਮ ਪਿੱਛੇ, ਜਾਂ 2 ਕਦਮ ਅੱਗੇ ਤੇ 4 ਕਦਮ ਪਿੱਛੇ, ਕਦੋਂ ਕਿਹੜਾ ਫੈਸਲਾ ਲੈਣਾ ਪੈਂਦਾ। ਇੰਦਰਪ੍ਰੀਤ ਜੀ, ਆਖਰੀ ਟਿੱਪਣੀ ਬਹੁਤ ਛੋਟੀ ਜੀ। ਮੈਨੂੰ ਲੱਗਦਾ ਕਿ ਕਿਸੇ ਵੀ ਕੁਸ਼ਲ ਰਾਜਨੀਤਿਕ ਦੀ ਇਹ ਇੱਕ ਮਤਲਬ ਵੱਡੀ ਰਣਨੀਤੀ ਦਾ ਹਿੱਸਾ ਹੁੰਦਾ ਹੈ ਕਿ 2 ਕਦਮ ਅੱਗੇ ਵਧਾ ਕੇ 1 ਕਦਮ ਪਿੱਛੇ ਕਰਨਾ, ਕਿਉਂਕਿ ਕਈ ਵਾਰੀ ਪਿੱਛੇ ਹਟਣਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਦਮ ਪਿੱਛੇ ਕਰ ਲਿਆ, ਉਹ ਇੱਕ ਰਣਨੀਤੀ ਦਾ ਵੀ ਹਿੱਸਾ ਹੋ ਸਕਦਾ ਹੈ। ਸੋ ਇਹ ਭਗਵੰਤ ਮਾਨ ਨੂੰ ਜਦ ਦਾ ਮੈਂ ਸਮਝ ਰਿਹਾ ਜਾਂ ਮੈਂ ਦੇਖ ਰਿਹਾ, ਮੈਂ ਉਦੋਂ ਦਾ ਦੇਖ ਰਿਹਾ ਜਦੋਂ ਇਹ ਨਾ ਤਾਂ ਪੀਪੀ ਚ ਆਈ ਸੀ ਤੇ ਉਦੋਂ ਆਪਣਾ ਜਿਹੜਾ ਕਮੇਡੀਅਨ ਵਾਲਾ ਉਹ ਰੂਲ ਸੀ ਉਹ ਵੀ ਉਹਨਾਂ ਨੇ ਤਕਰੀਬਨ ਉਦੋਂ ਖਤਮ ਹੀ ਕਰਤਾ ਸੀ, ਬੰਦ ਕਰਤਾ ਸੀ। ਤਾਂ ਅਖਬਾਰਾਂ 'ਚ ਲੇਖ ਲਿਖਦੇ ਹੁੰਦੇ ਸੀ ਔਰ ਬਹੁਤ ਇਸ਼ੂਜ਼ ਦੇ ਉੱਤੇ ਮਤਲਬ ਇਹਨਾਂ ਦੀ ਅਲੱਗ ਜੀ ਇੱਕ ਮੈਂ ਇਹਨਾਂ ਦੀ ਦੇਖੀ ਹੈ, ਇੱਕ ਅਲੱਗ ਸੋਚ ਹੁੰਦੀ ਸੀ, ਪਕੜਦੇ ਸੀਗੇ ਔਰ ਇਹ ਲੱਗਦਾ ਸੀ ਕਿ ਯਾਰ ਇਹ ਲੋਕਾਂ ਦੀ ਗੱਲ ਕਰ ਰਹੇ ਆ। ਆਮ ਲੋਕ ਗੱਲ ਕਰਦੇ ਹੀ ਨਹੀਂ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਚੱਲਦਾ ਹੁੰਦਾ। ਬਹੁਤ ਵਾਰੀ ਜਦੋਂ ਪਹਿਲੀ ਵਾਰ ਪਾਰਲੀਮੈਂਟ ਮੈਂਬਰ ਬਣੇ ਆ, ਮੈਂ ਉਦੋਂ ਵੀ ਇਹਨਾਂ ਨੂੰ ਦੇਖਿਆ ਕਿ ਇਹਨਾਂ ਨੇ ਇਹੋ ਜਿਹੇ ਇਸ਼ੂਜ਼ ਮਤਲਬ ਚੱਕੇ, ਖਾਸ ਤੌਰ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਵੀ ਹਜੇ ਤੱਕ ਮੈਂ ਇੱਕ RTI ਪਾ ਕੇ ਵੀ ਪੁੱਛਿਆ ਤਾਂ ਮੈਨੂੰ ਜਵਾਬ ਨਹੀਂ ਮਿਲਿਆ ਸਿਵਾਏ ਭਗਵੰਤ ਮਾਨ ਤੋਂ ਹੀ, ਕਿ ਉਹ ਇਕੱਲੇ ਭਗਵੰਤ ਮਾਨ ਦੇ ਹਿੱਸੇ ਆਇਆ ਕਿ ਜਿੰਨੇ ਕ੍ਰਿਟੀਕਲ ਕੋਈ ਮਰੀਜ਼ ਹੋ ਜਾਂਦਾ ਹੈ ਤਾਂ ਉਹਨੂੰ ਪ੍ਰਾਈਮ ਮਿਨਿਸਟਰ ਕੋਟੇ ਚੋਂ ਇਲਾਜ ਫ੍ਰੀ ਮਿਲਦਾ ਹੈ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਸੇ ਹੋਰ ਨੇ ਵੀ ਲਿੱਤਾ ਹੈ ਇਲਾਜ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਇਕੱਲੇ ਭਗਵੰਤ ਮਾਨ ਲਿੱਤਾ ਹੈ। ਤਾਂ ਉਹਦਾ ਭਗਵੰਤ ਮਾਨ 3 ਮਰੀਜ਼ ਹਰ ਮਹੀਨੇ ਉਦੋਂ ਇਲਾਜ ਲਈ ਫ੍ਰੀ ਕਰਵਾ ਲੈਂਦੇ ਸੀ। ਸੋ ਇਹਨਾਂ ਕੋਲ ਇੱਕ ਚੀਜ਼ ਤਾਂ ਹੈ ਜਿਹੜੀ, ਇੱਕ ਤਾਂ ਵਾਕਪਟੂਤਾ, ਹਿੰਦੀ 'ਚ ਤਾਂ ਸ਼ਬਦ ਵਾਕਪਟੂਤਾ ਅਸੀਂ ਵਰਤਦੇ ਹਾਂ ਵੀ ਜਿਹੜੀ ਬੋਲਣ ਦੀ ਕਲਾ ਇਹਨਾਂ ਕੋਲੇ ਉਹ ਬਹੁਤ ਸ਼ਾਨਦਾਰ ਹੈ। ਇਸ ਕਰਕੇ ਮੈਨੂੰ ਲੱਗਦਾ ਵੀ ਕਈ ਵਾਰੀ ਇਹ ਛੋਟੀ ਗੱਲ ਨੂੰ ਵੀ ਇੰਨਾ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਆ ਕਿ ਉਹ ਲੱਗਦਾ ਕਿ ਯਾਰ ਗੱਲ ਬਹੁਤ ਬੜੀ ਹੈ, ਪਰ ਜਦੋਂ ਉਹਦਾ ਰਿਜ਼ਲਟ ਤਾਂ ਭਾਵੇਂ 0 ਹੀ ਆਏ, ਪਰ ਉਹ ਗੱਲ ਜਦੋਂ ਕਰਦੇ ਆ ਉਦੋਂ ਲੱਗਦਾ ਕਿ ਬਹੁਤ ਵੱਡੀ ਗੱਲ ਕਰਤੀ ਆ। ਸੋ ਇਹ ਕਈਆਂ ਨੂੰ ਮਿਲਦਾ, ਇਹ ਨਵਜੋਤ ਸਿੱਧੂ ਕੋਲ ਵੀ ਹੈ ਇਹ ਕਲਾ, ਉਹ ਵੀ ਆਪਣੀ ਛੋਟੀ ਜੀ ਗੱਲ ਨੂੰ ਬਹੁਤ ਜੋ ਪ੍ਰੈਜ਼ੈਂਟ ਕਰਦੇ ਆ ਬਹੁਤ ਕਮਾਲ ਦੀ ਕਰ ਦਿੰਦੇ ਆ, ਹੈਨਾ। ਇਸ ਤਰ੍ਹਾਂ ਵੀਰ ਦਵਿੰਦਰ ਹੋਰਾਂ ਕੋਲੇ ਵੀ ਬੜੀ ਇੱਕ, ਜਿੰਨੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜਿਹੜੇ ਵਕਤਾ ਚੰਗੇ ਹੁੰਦੇ ਆ ਉਹ ਇਹਨਾਂ ਕੋਲੇ ਇਹ ਕਲਾ ਤਾਂ ਘੱਟੋ ਘੱਟ ਹੁੰਦੀ ਹੋਈ ਹੈ ਉਹ ਕਰਨ ਦੀ। ਹਾਂ, ਬਾਕੀ ਤੁਸੀਂ ਰਹਿ ਸਟੈਂਡ ਲੈਣ ਦੀ ਗੱਲ, ਮੈਂ ਤੁਹਾਨੂੰ ਕੱਲ ਵਾਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਵੀ ਜਦੋਂ ਇਹ ਇਸ਼ੂ ਐਡਾ ਵੱਡਾ ਹੈ, ਮੈਨੂੰ ਲੱਗਦਾ ਕਿ ਜਦੋਂ ਲਾਅ ਕਮਿਸ਼ਨ ਕੋਲੇ ਇਹ ਭੇਜਿਆ ਹੋਇਆ ਡਰਾਫਟ, ਇਹ ਡਰਾਫਟ ਸਾਰੀਆਂ ਯੂਨੀਵਰਸਿਟੀਆਂ ਨੂੰ ਵੀ ਭੇਜਣਾ ਚਾਹੀਦਾ ਸੀ, ਇਹ ਸਾਰੀਆਂ ਹੋਰ ਸੰਸਥਾਵਾਂ ਨੂੰ ਭੇਜਣਾ ਚਾਹੀਦਾ ਸੀ ਵੀ ਉੱਥੇ ਵੀ ਗੱਲਾਂ ਹੋਣ। ਭਾਸਕਰ ਸਾਹਿਬ ਠੀਕ ਕਰ ਰਹੇ ਵੀ ਕਿਸੇ ਵੀ ਬੰਦੇ ਨੂੰ ਇਹ ਨਹੀਂ ਪਤਾ ਵੀ ਇਹਦਾ ਕਿਸੇ ਧਰਮ ਦੇ ਉੱਤੇ ਅਸਰ ਹੋਣਾ ਹੈ ਕਿ ਨਹੀਂ ਹੋਣਾ। ਜਾਂ ਜਿਸ ਤਰ੍ਹਾਂ ਉਹ ਗੱਲ ਹੈ ਵੀ ਜੇ ਸਿੱਖਾਂ ਦਾ ਆਨੰਦ ਕਾਰਜ ਮੈਰਿਜ ਐਕਟ ਹੈ, ਉਹ ਕਹਿੰਦੇ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਣਾ, ਅਸੀਂ ਮੈਰਿਜ ਐਕਟ ਦੇ ਉੱਤੇ ਤੁਸੀਂ ਜੋ ਮਰਜ਼ੀ ਕਰੋ, ਫੇਰੇ ਲਓ ਜਾਂ ਹੋਰ ਜੋ ਤੁਹਾਡੀਆਂ ਰੀਤਾਂ ਉਹਨਾਂ ਨਾਲ ਕਰੋ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਅਸੀਂ ਕਹਿ ਰਹੇ ਹਾਂ ਵੀ ਜੇ ਇੱਕ ਬੰਦਾ ਸਿਰਫ ਇੱਕੋ ਹੀ ਵਿਆਹ ਕਰਾ ਸਕਦਾ ਹੈ, ਦੂਜਾ ਵਿਆਹ ਉਹਨੂੰ ਤਲਾਕ ਲੈ ਕੇ ਹੀ ਕਰਾਉਣਾ ਪਊਗਾ, ਉਸ ਤੋਂ ਜ਼ਿਆਦਾ ਨਹੀਂ, ਜਾਂ ਤਲਾਕ ਦਾ ਇੱਕ ਸਿਸਟਮ ਹੋਣਾ ਚਾਹੀਦਾ, ਉਹ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਉਸ ਤਰ੍ਹਾਂ ਦੀਆਂ ਗੱਲਾਂ ਨੇ ਕਿ ਉਹ ਸਾਰੇ ਨਾਗਰਿਕਾਂ ਵਾਸਤੇ ਕੰਟਰੀ ਦੇ ਇੱਕ ਹੋਣੇ ਚਾਹੀਦੀਆਂ। ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਹੋ ਸਕਦੀਆਂ। ਮੈਂ ਇਹ ਕਹਿ ਰਿਹਾ ਵੀ UCC ਦਾ ਡਰਾਫਟ ਜਦ ਤੱਕ ਹਜੇ ਕਲੈਰਿਟੀ ਨਾਲ ਬਾਹਰ ਹੀ ਨਹੀਂ ਆਉਂਦਾ, ਉਸ ਤੇ ਬਹੁਤ ਜ਼ਿਆਦਾ ਬਹਿਸ ਵੀ ਇੱਕ ਤਰ੍ਹਾਂ ਦੀ ਬੇਈਮਾਨੀ ਹੋ ਜਾਂਦੀ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਵੀ ਯਾਰ ਇਹ ਤੁਸੀਂ ਭਾਸਕਰ ਸਾਹਿਬ ਨਾਰਥ ਈਸਟ ਦੀ ਗੱਲ ਕਿਉਂ ਕਰੀ ਯਾਰ, ਤੁਹਾਡੇ ਨਾਲ ਬਿਲਕੁਲ ਹਿਮਾਚਲ ਬੈਠਾ ਹੈ, ਹਿਮਾਚਲ ਦਾ ਜਿਹੜਾ ਸਿਰਮੌਰ ਦਾ ਇਲਾਕਾ ਹੈ ਉਸ 'ਚ ਪੋਲੀਗੈਮੀ ਸਿਸਟਮ ਅੱਜ ਵੀ ਕੰਮ ਕਰ ਰਿਹਾ ਹੈ। ਉਹ ਵੀ ਤਾਂ ਉਹੀ ਸਿਸਟਮ ਹੈ ਨਾ ਵੀ ਜਦੋਂ ਤੁਸੀਂ ਇੱਕ ਕੁੜੀ ਨਾਲ ਹੀ 3-3 4-4 ਮੁੰਡੇ ਵਿਆਹ ਕਰਦੇ ਆ, ਉਹ ਪੋਲੀਗੈਮੀ ਸਿਸਟਮ ਸਿਰਮੌਰ ਦੇ ਜ਼ਿਲ੍ਹਿਆਂ 'ਚ ਹਜੇ ਚੱਲ ਰਿਹਾ। ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਬਹੁਤ ਸਾਰੇ ਸਿਸਟਮ ਲੋਕਾਂ ਨੇ ਬਣਾਏ ਹੋਏ ਨੇ। ਸੋ ਮੈਨੂੰ ਲੱਗਦਾ ਕਿ ਇਹ ਜਦ ਤੱਕ ਇਹ ਚੀਜ਼ਾਂ ਕਲੈਰਿਟੀ ਨਾਲ ਸਾਹਮਣੇ ਨਹੀਂ ਆਉਂਦੀਆਂ, ਇਸ ਤੇ ਬਹਿਸ ਵੀ ਜ਼ਿਆਦਾ ਹੋ ਨਹੀਂ ਸਕਦੀ ਜਾਂ ਕਲੈਰਿਟੀ ਨਹੀਂ ਆਊਗੀ ਵੀ ਅਸੀਂ ਕੱਲ ਕੀ ਕਰ ਰਹੇ ਹਾਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਦੇ ਵਿੱਚ ਮਤਲਬ ਇਹ ਗੱਲ ਕੀਤੀ ਜਾ ਸਕਦੀ ਹੈ ਵੀ UCC ਦੇ ਵਿੱਚ ਕਿਹਾ ਜਾਂਦਾ ਹੈ ਕਿ ਪਰਸਨਲ ਲਾ, ਖਾਸ ਕਰਕੇ ਮੁਸਲਿਮਾਂ ਦੇ ਵਿੱਚ ਅਗਰ ਜਿਹੜਾ ਪਰਸਨਲ ਲਾ ਹੈ ਉਹ 4-4 ਸ਼ਾਦੀਆਂ ਕਰ ਸਕਦੇ ਨੇ, ਅਜੇ ਤੱਕ ਅਲਾਉਡ ਹੈ। ਲੇਕਿਨ ਇਸ UCC ਤੋਂ ਬਾਅਦ ਉਹ 4-4 ਸ਼ਾਦੀਆਂ ਨਹੀਂ ਕਰ ਪਾਉਣਗੇ, ਜਾਂ ਫਿਰ ਹਿੰਦੂਆਂ ਨੂੰ ਜਾਂ ਹੋਰ ਲੋਕਾਂ ਨੂੰ ਵੀ 4-4 ਸ਼ਾਦੀਆਂ ਅਲਾਉ ਹੋਣਗੀਆਂ। ਇਹਦੇ ਉੱਤੇ ਵੀ ਇੱਕ ਹਲਕੀ ਜੀ ਬਹਿਸ ਦੀ ਛਿੜੀ ਹੈ ਕਿ ਵੀ ਨਹੀਂ, ਸਾਨੂੰ ਵੀ 4 ਅਲਾਉ ਕਰ ਦਿਓ। ਔਰ ਸਾਡੇ ਇੱਥੇ ਯਾਨੀ ਹਿੰਦੂਆਂ ਦੇ ਵਿੱਚ ਜਾਂ ਹੋਰ ਧਰਮਾਂ ਦੇ ਵਿੱਚ ਤੇ ਇੱਕ ਵੋਟੀ ਦੇ ਹੁੰਦੇ, ਤੁਸੀਂ ਦੂਜੀ ਦੇ ਉੱਤੇ ਅੱਖ ਵੀ ਰੱਖੋ ਤੇ ਪੰਗਾ ਘਰ ਤੋਂ ਲੈ ਕੇ ਥਾਣੇ ਤੱਕ ਬਹਿ ਜਾਂਦਾ। ਲੇਕਿਨ ਉੱਥੇ 4 ਸ਼ਾਦੀਆਂ ਅਲਾਉਡ ਕੋਈ ਨਹੀਂ। ਇਹ ਵੀ ਇੱਕ UCC ਦੇ ਵਿੱਚ ਇੱਕ ਵੱਡਾ ਸਵਾਲ ਬਣ ਕੇ ਉੱਭਰਿਆ। ਇਹ ਭਾਸਕਰ ਸਾਹਿਬ ਦੇ ਨਿੱਜੀ ਸਵਾਲ ਵਜੋਂ ਲਿਆ ਜਾਵੇ, ਭਾਰਤ ਸਰਕਾਰ ਨੂੰ ਬੇਨਤੀ ਹੈ, ਪਰ
ਮੈਂ ਇੱਕ ਹੋਰ ਸਵਾਲ ਉਠਾਉਣਾ। ਹੁਣ ਵੈਸੇ 4-4 ਸ਼ਾਦੀਆਂ ਵਾਲੇ ਜ਼ਮਾਨੇ ਲੱਦ ਗਏ, ਇੱਕ ਦੋ ਦੋ ਨਾਲ ਵੀ ਬਹੁਤ ਔਖਾ ਹੋ ਰਿਹਾ, ਮੁਸਲਮਾਨਾਂ 'ਚ ਵੀ ਹੁਣ ਬਹੁਤ ਘਟ ਗਿਆ ਇਹ। ਲੇਕਿਨ ਫਿਰ ਵੀ ਇੱਕ ਅਹਿਮ ਵਿਅਕਤੀ ਸੁਰੇਸ਼ ਕੁਮਾਰ, ਜਿਹੜੇ ਸਰਕਾਰਾਂ 'ਚ ਕਾਫੀ ਵੱਡਾ ਰੋਲ ਪਲੇ ਕਰਦੇ ਰਹੇ, ਬਿਊਰੋਕਰੇਟ ਰਹੇ, ਉਹ ਮੈਨੂੰ ਕਹਿੰਦੇ ਕਿ ਇਹਦੀ ਬਜਾਏ ਯੂਨੀਫਾਰਮ ਸਿਵਲ ਕੋਡ ਦੀ ਬਜਾਏ ਯੂਨੀਫਾਰਮ ਸਿਵਲ ਰਾਈਟਸ ਕਿਉਂ ਨਾ ਹੋਣ, ਵੀ ਹਰ ਬੰਦੇ ਲਈ ਰਾਈਟਸ। ਪਹਿਲੀ ਗੱਲ ਤਾਂ ਸੰਵਿਧਾਨ ਸਾਨੂੰ ਦੇ ਹੀ ਰਿਹਾ ਸਾਡੇ ਹੱਕਾਂ ਦੀ ਗੱਲ, ਪਰ ਜੇ ਹੋਰ ਬਿਹਤਰ ਕਰਨਾ ਹੈ ਤਾਂ ਇੱਕ UCR ਯੂਨੀਫਾਰਮ ਸਿਵਲ ਰਾਈਟ ਵੀ ਹੋ ਸਕਦਾ ਹੈ। ਕੋਡ ਤਾਂ ਨਿਯਮ ਜਾਬਤਾ ਹੋ ਜਾਂਦਾ ਤੇ ਰਾਈਟ ਜਿਹੜਾ ਉਹ ਤੁਹਾਡਾ ਹੱਕ ਹੋ ਜਾਂਦਾ ਕਿ ਤੁਸੀਂ ਸਾਰਿਆਂ ਲਈ ਐਕਸਪਲੇਨ ਚੀਜ਼ਾਂ ਕਰ ਸਕਦੇ ਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਥੈਂਕ ਯੂ। ਜੀ।